स्वागत है पीटीसी न्यूज़ ਵਿੱਚ ਸਾਰੇ ਦਰਸ਼ਕਾਂ ਦਾ। ਮੈਂ ਹਰਪ੍ਰੀਤ ਸਿੰਘ ਵਿਚਾਰ ਤਕਰਾਰ ਲੈ ਕੇ ਇੱਕ ਵਾਰ ਫਿਰ ਤੋਂ ਤੁਹਾਡੇ ਸਾਹਮਣੇ ਹਾਜ਼ਰ ਹਾਂ। ਪੰਜਾਬ ਕੈਬਨਿਟ ਨੇ ਇੱਕ ਫੈਸਲੇ ਤੇ ਮੁਹਰ ਲਗਾਈ ਹੈ कि जो अध्यापक ਜਿਹੜੇ कि लंबे समय तो ये तलाश ਦੇ ਵਿੱਚ ਸਨ कि कदों ਰੈਗੂਲਰ ਹੋਣਗੇ ਉਹਨਾਂ ਨੂੰ ਰੈਗੂਲਰ ਕਰਨ ਤੇ ਮੋਹਰ ਲਗਾ ਦਿੱਤੀ ਹੈ। ਪਰ ਨਾਲ ਹੀ ਇਹ ਵੀ ਕਹਿ ਦਿੱਤਾ ਕਿ ਅਧਿਆਪਕਾਂ ਨੂੰ 15000 ਰੁਪਏ ਤਨਖਾਹ ਦਿੱਤੀ ਜਾਏਗੀ। ਉਹ ਅਧਿਆਪਕ ਜਿਹੜੇ 42 ਤੋਂ 45000 ਰੁਪਏ ਤਨਖਾਹ ਲੈ ਰਹੇ ਨੇ ਉਹਨਾਂ ਨੂੰ 15000 ਰੁਪਏ ਤੇ ਕੰਮ ਕਰਨਾ ਪਏਗਾ ਘੱਟੋ ਘੱਟ 3 ਸਾਲ। ਉਸ ਤੋਂ ਬਾਅਦ ਉਹਨਾਂ ਨੂੰ ਰੈਗੂਲਰ ਕੀਤਾ ਜਾਏਗਾ। ਅਧਿਆਪਕ ਯੂਨੀਅਨ ਜਿਹੜੀ ਲੰਬੇ ਸਮੇਂ ਤੋਂ ਆਪਣੀਆਂ ਮੰਗਾਂ ਲਈ सड़क मल रही सी, विरोध प्रदर्शन कर रही सी, वो फिर तो हुण अपने आप नूं ठग्गिया महसूस करती है क्योंकि उन्हां दे नाल चोण वादे कुछ होर होए सन ते हुण सरकार कुछ होर करन जा रही है। इसे ते विचार चर्चा लैके हाज़र होए हां कि जदों असीं ये कहने हां कि अध्यापक साडे समाज दा चानण मुनारा ने, चानण मुनारे दे घर दा दीवा जदों लो कर दोगे तां ओह रोशनी किवें समाज दे विच फैलाएगा। इसे ते विचार चर्चा लैके हाज़र होए हां। सब तो पहले जाण पछाण करा देने मेहमानां दे नाल फिर अगे वधदे हां। साडे नाल हरचरण बैंस साहब मौजूद ने, सीनियर आगू ने श्रोमणी अकाली दल दे। फतेहजंग सिंह बाजवा साहब मौजूद ने, विधायक ने पंजाब कांग्रेस दे। जगतार सिंह संघेड़ा साहब सूबा सकत्तर ने आम आदमी पार्टी दे। हरदीप टोडरपुर ने सूबा प्रधान SSA रमसा ते अध्यापक यूनियन पंजाब। बिक्रमदेव सिंह जी ने सूबा आगू डेमोक्रेटिक अध्यापक फ्रंट पंजाब। बहुत बहुत स्वागत है सारे मेहमानां दा। मैं हरदीप तुहाडे तो शुरुआत करांगा। मैनूं याद है इसे टेबल ते आपां जदों डिबेट कीती सी उदों तुहाडी ये मंग कि ਤੁਹਾਨੂੰ ਰੈਗੂਲਰ ਕੀਤਾ ਜਾਵੇ। ਹੁਣ ਸਰਕਾਰ ਜਦੋਂ ਤੁਹਾਨੂੰ ਰੈਗੂਲਰ ਕਰ ਰਹੀ ਹੈ ਉਸ ਤੋਂ ਬਾਅਦ ਵੀ ਤੁਸੀਂ ਨਹੀਂ ਮੰਨ ਰਹੇ। ਤਨਖਾਹਾਂ ਦੇ ਵਿੱਚ ਥੋੜਾ ਬਹੁਤਾ ਉਹ ਕਹਿ ਰਹੇ ਨੇ ਕਿ ਫੇਰ ਬਦਲ ਜ਼ਰੂਰ ਹੈਗਾ ਪਰ ਤੁਹਾਨੂੰ ਰੈਗੂਲਰ ਤਾਂ ਕਰ ਰਹੇ ਘੱਟੋ ਘੱਟ। ਹਰਪ੍ਰੀਤ ਜੀ ਜਿਹੜੀ ਮੰਗ ਅਸੀਂ ਉਦੋਂ ਵੀ ਕੀਤੀ ਸੀ, ਉਦੋਂ ਵੀ ਸਾਡੀ ਇਹੀ ਮੰਗ ਸੀ ਕਿ ਸਾਨੂੰ ਪੂਰੀ ਤਨਖਾਹ ਦੇ ਉੱਤੇ ਰੈਗੂਲਰ ਕੀਤਾ ਜਾਵੇ। ਜਿਸ ਦਿਨ ਤੁਹਾਡੇ ਸਟੂਡੀਓ ਦੇ ਵਿੱਚ ਲਾਸਟ ਟਾਈਮ ਆਏ ਅਸੀਂ, ਉਸ ਦਿਨ ਮਹਾਲੀ ਦੇ ਵਿੱਚ ਇੱਕ ਵੱਡੀ ਰੈਲੀ DGSC ਦਫ਼ਤਰ ਦੇ ਸਾਹਮਣੇ ਇਸੇ ਕਰਕੇ ਕੀਤੀ ਸੀ ਕਿ ਸਾਡੀ ਤਨਖਾਹ ਦੇ ਵਿੱਚ ਕਿਸੇ ਵੀ ਕਿਸਮ ਦੀ ਕਟੌਤੀ ਨਾ ਕੀਤੀ ਜਾਵੇ। ਪਰ ਇਹ ਛੋਟੀ ਮੋਟੀ ਕਟੌਤੀ ਨਹੀਂ ਜੀ, ਇਹ ਲਗਭਗ 65% ਸਰਵ ਸਿੱਖਿਆ ਅਭਿਆਨ ਤੇ ਰਮਸਾ ਦੇ ਟੀਚਰਾਂ ਦੀ ਕਟੌਤੀ ਹੈ ਤਨਖਾਹ ਦੇ ਉੱਤੇ ਤੇ 75% ਦੇ ਲਗਭਗ ਕਟੌਤੀ ਹੈਗੀ ਆ ਜਿਹੜੇ ਆਦਰਸ਼ ਤੇ ਮਾਡਲ ਸਕੂਲਾਂ ਦੇ ਟੀਚਰ ਨੇ। ਇਸ ਕਰਕੇ ਜਿਹੜੀ ਕਟੌਤੀ ਆ ਕਿਸੇ ਵੀ ਕੀਮਤ ਤੇ ਸਾਡੀ ਜਥੇਬੰਦੀ ਵੱਲੋਂ ਜਾਂ ਸਾਂਝੇ ਅਧਿਆਪਕ ਮੋਰਚੇ ਵੱਲੋਂ ਇਹ ਪ੍ਰਵਾਨਯੋਗ ਨਹੀਂ ਹੈ। ਅਸੀਂ ਇਸ ਚੀਜ਼ ਦਾ ਵਿਰੋਧ ਕਰਦੇ ਹੈਗੇ ਆ। ਰੈਗੂਲਰ ਦੀ ਮੰਗ ਸੀ ਪਰ ਸਰਕਾਰ ਸਾਨੂੰ ਬਲੈਕਮੇਲ ਕਰੂਗੀ ਇਹ ਅਸੀਂ ਆਸ ਨਹੀਂ ਲਾਈ ਸੀ। ਪਰ ਇਹ ਇੱਕ ਜੇ ਮੈਂ ਗਲਤ ਨਹੀਂ ਹੈ ਤਾਂ ਇੱਕ ਆਪਸ਼ਨ ਵੀ ਮੈਨੂੰ ਲੱਗਦਾ ਸਰਕਾਰ ਤੁਹਾਨੂੰ ਦੇ ਰਹੀ ਹੈ ਕਿ ਜੇ ਤੁਸੀਂ 15000 ਰੁਪਏ ਤਨਖਾਹ ਨਹੀਂ ਲੈਣਾ ਚਾਹੁੰਦੇ, ਜਿੰਨੀ ਤਨਖਾਹ ਲੈ ਰਹੇ ਹੋ 42 45 47000 ਉਹ ਤਨਖਾਹ ਲੈਂਦੇ ਰਹੋ ਔਰ ਜਿਸ ਅਧੀਨ ਤੁਸੀਂ ਸਕੀਮ ਦੇ ਅਧੀਨ ਕੰਮ ਕਰ ਰਹੇ ਹੋ ਕੰਮ ਕਰਦੇ ਰਹੋ। ਉਸ ਆਪਸ਼ਨ ਦੇ ਉੱਤੇ ਸਾਡਾ ਇੱਕ ਮਤ ਹੈ ਜੀ। ਜੋ ਇੱਕ ਰੈਗੂਲਰ ਅਧਿਆਪਕ ਨੂੰ ਸਾਰੀਆਂ ਸਹੂਲਤਾਂ ਸਰਕਾਰ ਦਿੰਦੀ ਹੈ ਉਹ ਸਹੂਲਤਾਂ ਸਾਨੂੰ ਦਵੇ ਤੇ ਸਾਡੇ ਜਿੰਨੀ ਤਨਖਾਹ ਮਿਲਦੀ ਆ ਉਹ ਸਮੇਂ ਸਿਰ ਮਿਲੇ। ਹੁਣ ਵੀ 4 ਮਹੀਨੇ ਹੋ ਚੁੱਕੇ ਨੇ, ਉਹ ਤਨਖਾਹ ਵੀ ਕਿਸ ਤਰ੍ਹਾਂ ਦੀ ਹੈਗੀ ਆ। ਸਰਕਾਰ ਜਾਣਬੁੱਝ ਕੇ ਹਾਲਾਤ ਪੈਦਾ ਕਰ ਰਹੀ ਆ ਕਿ ਜਿਹੜੀ ਤਨਖਾਹ ਮਿਲ ਰਹੀ ਆ ਨਾ ਉਹ ਸਮੇਂ ਸਿਰ ਦੇਣੀ। 4 ਮਹੀਨੇ ਜਿਸ ਅਧਿਆਪਕ ਨੂੰ ਤਨਖਾਹ ਨਾ ਮਿਲੇ ਉਹਦੇ ਪਰਿਵਾਰ ਦਾ ਗੁਜ਼ਾਰਾ ਕਿਸ ਤਰ੍ਹਾਂ ਹੋਊਗਾ ਇਹ ਤੁਸੀਂ ਆਪ ਜਾਣਦੇ ਹੋ। ਅਗਲੀ ਗੱਲ, ਤੁਸੀਂ ਕਿਹੜੀ ਸਕੀਮ ਦੇ ਤਹਿਤ ਕੰਮ ਕਰ ਰਹੇ ਹੋ? ਸਰਵ ਸਿੱਖਿਆ ਅਭਿਆਨ ਤੇ ਰਮਸਾ ਦੇ ਅੰਡਰ ਸਾਡੇ ਟੀਚਰ ਕੰਮ ਕਰਦੇ। ਤੁਹਾਨੂੰ ਜਿਹੜੀ ਤਨਖਾਹ ਮਿਲਦੀ ਹੈ ਉਸ ਤੋਂ ਇਲਾਵਾ ਕੋਈ ਬੈਨੀਫਿਟ ਮਿਲਦੇ ਨੇ? ਬਿਲਕੁਲ ਕੋਈ ਬੈਨੀਫਿਟ ਨਹੀਂ ਜੀ। ਸਰਕਾਰੀ ਮੁਲਾਜ਼ਮ ਨੂੰ ਜੇ ਉਹਦਾ ਨੌਕਰੀ ਦੇ ਦੌਰਾਨ ਕਿਸੇ ਵੀ ਤਰ੍ਹਾਂ ਡੈਥ ਹੋ ਜਾਂਦੀ ਹੈ ਉਹਦੇ ਪਰਿਵਾਰ ਨੂੰ ਜੌਬ ਮਿਲਦੀ ਹੈਗੀ ਹੈ। ਸਾਡੇ ਕਿਸੇ ਸਾਥੀ ਨੂੰ ਬਹੁਤ ਸਾਰੇ ਡੈਥ ਕੇਸ ਵਾਪਰੇ ਨੇ, ਕਿਸੇ ਸਾਥੀ ਦੇ ਪਰਿਵਾਰ ਨੂੰ ਕੋਈ ਨੌਕਰੀ ਨਹੀਂ ਮਿਲੀ, ਕੋਈ ਮੁਆਵਜ਼ਾ ਨਹੀਂ ਮਿਲਿਆ। ਇਸ ਤੋਂ ਇਲਾਵਾ ਕੋਈ ਬਿਮਾਰੀ ਹੋ ਜੇ ਕੋਈ ਮੈਡੀਕਲ ਭੱਤਾ ਨਹੀਂ। ਬਹੁਤ ਸਾਰੀਆਂ ਸਹੂਲਤਾਂ ਜੋ ਇੱਕ ਰੈਗੂਲਰ ਅਧਿਆਪਕ ਲੈਂਦਾ ਹੈਗਾ। ਕਿਸੇ ਤਰ੍ਹਾਂ ਦੀ ਕੋਈ ਸੀਨੀਅਰਿਟੀ ਨਹੀਂ, ਸਾਡੀ ਪ੍ਰਮੋਸ਼ਨ ਚੈਨਲ ਨਹੀਂ ਹੈ। ਇਸ ਕਰਕੇ ਇੱਥੇ ਅਸੀਂ ਬਿਲਕੁਲ ਜੇ ਇੱਥੇ ਅਸੀਂ ਖੁਸ਼ ਹੁੰਦੇ ਤਾਂ ਰੈਗੂਲਰ ਦੀ ਮੰਗ ਕਰਦੇ ਹੀ ਕਿਉਂ। ਇਸ ਕਰਕੇ ਅਸੀਂ ਜੋ ਮੰਗ ਕਰ ਰਹੇ ਸੀ ਕਿ ਪੂਰੀ ਤਨਖਾਹ ਤੇ ਸਾਨੂੰ ਰੈਗੂਲਰ ਕੀਤਾ ਜਾਵੇ, ਸਿੱਖਿਆ ਵਿਭਾਗ ਦੇ ਵਿੱਚ ਰੈਗੂਲਰ ਕੀਤਾ ਜਾਵੇ। ਸਰਕਾਰ ਸਿਰਫ ਪੈਸਾ ਬਚਾਉਣ ਦੇ ਲਈ ਸਾਨੂੰ ਰੈਗੂਲਰ ਕਰ ਰਹੀ ਹੈ, ਨਾ ਕਿ ਆਪਣਾ ਚੋਣ ਵਾਅਦਾ ਸੀ ਜਿਹੜਾ ਕਿ ਸਾਰੇ ਅਧਿਆਪਕਾਂ ਨੂੰ ਪੱਕੇ ਕੀਤਾ ਜਾਊਗਾ। ਕੈਪਟਨ ਅਮਰਿੰਦਰ ਸਿੰਘ ਮਹਾਲੀ ਦੇ ਵਿੱਚ ਅਧਿਆਪਕਾਂ ਦੇ ਧਰਨੇ ਦੇ ਵਿੱਚ ਬਹਿ ਕੇ ਕਹਿੰਦੇ ਸੀ ਕਿ ਜਿੰਨੀ ਤੁਹਾਡੀ ਤਨਖਾਹ ਉਸ ਤੋਂ ਵੱਧ ਤਾਂ ਸਾਡਾ ਮਾਲੀ ਲੈ ਰਿਹਾ ਹੈਗਾ। ਇਹ ਸਾਡੇ ਵਲੰਟੀਅਰ ਸਾਥੀਆਂ ਨੂੰ ਕਹਿੰਦੇ ਸੀ। ਉਹਨਾਂ ਦਾ ਵੀ ਕੁਝ ਨਹੀਂ ਕੀਤਾ ਜਿੰਨਾ ਤੋਂ ਵੱਧ ਉਹਨਾਂ ਦਾ ਮਾਲੀ ਲੈ ਰਿਹਾ ਸੀ। ਆਪਾਂ ਇਹਨਾਂ ਤੋਂ ਵੀ ਲੈ ਲਈਏ, ਬਿਕਰਮਦੇਵ ਤੋਂ ਵੀ ਲੈ ਲੈਣੇ ਰਿਪਲਾਈ ਫਿਰ ਅੱਗੇ ਵਧਦੇ ਹਾਂ। ਹਾਂਜੀ ਬਿਕਰਮਦੇਵ, ਜਿਹੜੀਆਂ ਤਨਖਾਹਾਂ ਦੀ ਗੱਲ ਹੋ ਰਹੀ ਹੈ ਪਹਿਲਾਂ ਵੀ ਜਦੋਂ ਇਹ ਮੰਗ ਉੱਠੀ ਸੀਗੀ ਉਦੋਂ ਮੈਨੂੰ ਲੱਗਦਾ 10000 ਤੇ ਗੱਲ ਬਣੀ ਸੀ ਕਿ 10000 ਲੈ ਲਓ ਜਾਂ ਫਿਰ ਤੁਸੀਂ ਜੋ ਤਨਖਾਹ ਲੈਂਦੇ ਹੋ ਉਹ ਲੈਂਦੇ ਰਹੋ, ਉਸ ਸਕੀਮ ਦੇ ਤਹਿਤ ਕੰਮ ਕਰਦੇ ਰਹੋ। ਹੁਣ 5000 ਰੁਪਏ ਸਰਕਾਰ ਨੇ ਵਧਾ ਕੇ ਤੁਹਾਨੂੰ ਦਿੱਤੇ ਨੇ, ਇਹ ਹੁਣ ਤੁਹਾਨੂੰ ਪ੍ਰਵਾਨ ਨਹੀਂ ਨੇ? ਹਰਪ੍ਰੀਤ ਜੀ ਗੱਲ ਇਸ ਤਰ੍ਹਾਂ ਕਿ ਇਹ ਜਿਹੜਾ ਆਪਾਂ 10000 ਤੋਂ ਗੱਲ ਕਰਦੇ ਹਾਂ ਕਿ ਵਧਾ ਕੇ 15000 ਕਰ ਦਿੱਤੇ ਗਏ ਨੇ, ਅਸੀਂ ਤਾਂ ਇਸ ਨੂੰ ਇਸ ਤਰੀਕੇ ਨਾਲ ਦੇਖਦੇ ਹਾਂ ਕਿ ਜਦੋਂ ਉਹਨਾਂ ਨੂੰ ਪਤਾ ਕਿ 10 ਸਾਲਾਂ ਦੇ ਵਿੱਚ ਅਧਿਆਪਕ 9000 ਰੁਪਏ ਤੇ ਲੱਗੇ ਸੀ, ਉਸ ਤੋਂ ਬਾਅਦ ਤਨਖਾਹਾਂ ਵੱਧ ਕੇ 42800 ਤੱਕ ਪਹੁੰਚੇ ਨੇ, ਤਾਂ ਇਹ ਕਿਹੋ ਜਿਹਾ ਜ਼ਮਾਨਾ ਕਿ ਜਿਸ ਦੇ ਵਿੱਚ ਅਧਿਆਪਕ ਨੂੰ ਦੁਬਾਰਾ ਫੇਰ 10 ਸਾਲ ਪਿੱਛੇ ਧੱਕਿਆ ਜਾ ਰਿਹਾ। ਦੂਸਰੀ ਗੱਲ
ਹਰਪ੍ਰੀਤ ਜੀ ਇਹ ਕੋਈ ਰੈਗੂਲਰਾਈਜੇਸ਼ਨ ਨਹੀਂ ਹੈਗੀ। ਰੈਗੂਲਰਾਈਜੇਸ਼ਨ ਤਾਂ ਉਹ ਹੁੰਦੀ ਆ ਜਿਸ ਦੇ ਵਿੱਚ ਕੋਈ ਨਿਯਮ ਜਾਂ ਕਾਨੂੰਨ ਦਾ ਪਾਲਣਾ ਕੀਤੀ ਗਈ ਹੋਵੇ। ਤੁਸੀਂ ਇਹ ਦੱਸੋ ਕਿ ਇਹ ਪ੍ਰਚਾਰਿਆ ਇਹ ਜਾ ਰਿਹਾ ਕਿ ਅਸੀਂ 9000 ਦੇ ਕਰੀਬ ਅਧਿਆਪਕ ਰੈਗੂਲਰ ਕਰ ਰਹੇ ਹਾਂ, ਪਰ ਜੋ ਕੱਲ ਕੈਬਨਿਟ ਦਾ ਡਿਸੀਜਨ ਸਾਹਮਣੇ ਆ ਰਿਹਾ ਕਿ ਅਧਿਆਪਕਾਂ ਨੂੰ 3 ਸਾਲ ਪਹਿਲਾਂ ਰੱਖਿਆ ਜਾਊਗਾ 15000 ਦੇ ਉੱਪਰ, ਉਸ ਤੋਂ ਬਾਅਦ ਜਦੋਂ ਉਹ ਸਫਲਤਾਪੂਰਵਕ ਆਪਣਾ ਉਹ ਸਮਾਂ ਪੂਰਾ ਕਰ ਲੈਣਗੇ ਫਿਰ ਉਸ ਤੋਂ ਬਾਅਦ ਉਹਨਾਂ ਦੀਆਂ ਸੇਵਾਵਾਂ ਰੈਗੂਲਰ ਕੀਤੀਆਂ ਜਾਣਗੀਆਂ। ਹਰਪ੍ਰੀਤ ਜੀ ਮੇਰਾ ਸਵਾਲ ਇਹ ਆ ਕਿ ਤੁਸੀਂ 10 ਸਾਲ ਦੇ ਵਿੱਚ ਉਹਨਾਂ ਦਾ ਇਹ ਜਿਹਾ ਕੀ ਜਿਹੜਾ ਚੈੱਕ ਨਹੀਂ ਕਰ ਸਕੇ ਕਿ ਜਿਹੜਾ ਹੁਣ ਤੁਸੀਂ ਅਗਲੇ 3 ਸਾਲਾਂ ਦੇ ਵਿੱਚ ਕਰ ਦੋਗੇ। ਹਰਪ੍ਰੀਤ ਜੀ ਮੈਂ ਇੱਥੇ ਗੱਲ ਇਹ ਵੀ ਰੱਖਣਾ ਚਾਹੂੰਗਾ ਕਿ ਜਿਵੇਂ ਗੰਨਾ ਅਸੀਂ ਦੇਖਦੇ ਹਾਂ ਕਿ ਗੰਨੇ ਨੂੰ ਬਾਰ-ਬਾਰ ਪੁੜਾਂ ਦੇ ਵਿੱਚੋਂ ਕੱਢਿਆ ਜਾਂਦਾ ਵੀ ਵੱਧ ਤੋਂ ਵੱਧ ਉਹਦਾ ਰਸ ਨਿਚੋੜ ਲਈਏ। ਸਾਨੂੰ ਇਸ ਤਰ੍ਹਾਂ ਲੱਗ ਰਿਹਾ ਵੀ ਜਿਹੜੀ ਪੰਜਾਬ ਸਰਕਾਰ ਆ ਉਹ ਇਹਨਾਂ ਕੰਟਰੈਕਟ ਵਾਲੇ ਜਿਹੜੇ ਟੀਚਰਸ ਨੇ ਇਹਨਾਂ ਨੂੰ ਬਾਰ-ਬਾਰ ਫਿਰ ਦੁਬਾਰਾ ਉਹਨਾਂ ਨੂੰ ਚੈੱਕ ਕਰ ਰਹੀ ਆ ਵੀ ਅਸੀਂ ਹੁਣ ਇਹਨਾਂ ਦਾ ਪ੍ਰੋਬੇਸ਼ਨ ਪੀਰੀਅਡ ਚੈੱਕ ਕਰਨਾ, ਹੁਣ ਅਸੀਂ ਇਹਨਾਂ ਦਾ ਆਹ ਚੈੱਕ ਕਰਨਾ। ਜਦ ਕਿ ਇੱਕ ਪੁਆਇੰਟ ਜਿਹੜਾ ਮੈਂ ਇੱਥੇ ਰੱਖਣਾ ਚਾਹਣਾ ਕਿ ਇਹਨਾਂ ਅਧਿਆਪਕਾਂ ਦੀ ਹਰ 1 ਸਾਲ ਬਾਅਦ ACRs ਦੇ ਬੇਸ ਦੇ ਉੱਪਰ ਇਹਨਾਂ ਦਾ ਕੰਮ ਤੇ ਆਚਰਣ ਦੇਖ ਕੇ ਫਿਰ ਉਸ ਤੋਂ ਬਾਅਦ ਇਹਨਾਂ ਦਾ ਕੰਟਰੈਕਟ ਰਿਨਿਊ ਕੀਤਾ ਜਾਂਦਾ ਰਿਹਾ। ਤਾਂ 10 ਸਾਲਾਂ ਦੇ ਵਿੱਚ ਇਹੋ ਜਿਹਾ ਕੀ ਨਹੀਂ ਚੈੱਕ ਕੀਤਾ ਵੀ ਜਿਹੜਾ ਸਰਕਾਰ ਹੁਣ ਚੈੱਕ ਕਰਨ ਜਾ ਰਹੀ ਹੈ। ਬਾਜਵਾ ਸਾਹਿਬ ਬੜੀ ਹੈਰਾਨਗੀ ਦੀ ਗੱਲ ਹੈ ਕਿ ਇਹ ਆਮ ਤੌਰ ਤੇ ਤਾਂ ਸੁਣਿਆ ਕਿ ਤਨਖਾਹ 600 ਰੁਪਏ ਵੱਧ ਗਈ, 1000 ਰੁਪਏ ਵੱਧ ਗਈ, 1500 ਵੱਧ ਗਈ, ਥੋੜੀਆਂ ਤਨਖਾਹਾਂ ਵਧੀਆਂ ਤਾਂ ਸੁਣਦੀਆਂ ਨੇ ਕਿ ਰੌਲਾ ਰੱਪਾ ਪਾਇਆ ਜਾਂਦਾ, ਪਰ ਕਦੇ ਇਹ ਨਹੀਂ ਸੁਣਿਆ ਕਿ 40-45 ਹਜ਼ਾਰ ਤੋਂ ਘਟਾ ਕੇ ਸਿੱਧਾ 15000 ਰੁਪਏ ਤੇ ਲੈ ਆਓ, 30,000 ਰੁਪਏ ਪਰ ਅਧਿਆਪਕ ਦੀ ਤਨਖਾਹ ਘੱਟ ਕਰ ਦਿਓ। ਇਹ ਪੰਜਾਬ 'ਚ ਸ਼ਾਇਦ ਪਹਿਲੀ ਵਾਰ ਹੋਣ ਵਾਲਾ ਹੈ। देखो पहले तो मैं पंजाब सरकार का धन्यवाद करना चाहना भी जेडे टीचर्स नूं ना रैगूलराइज किया उन्होंने उन्होंने जेड़ा प्रॉमिस किया सी वो कैबिनेट ने पंजाब कैबिनेट ने उस ते मोहर लाई अपनी। दूसरी गल मैं जिहड़ी गल कहना चाहना भी जे सरकार ने ये कहा है भी असी 15,000 रुपया पर मंथ टीचर नूं देवांगे और असी 3 साल बाद ओदी जिहड़ी तनख्वाह है वो जिहड़ी आम टीचर फिर हुण लैंदा चाहे 48,000 है या 45,000 है जी वो दित्ती जाऊगी। मैं जिहड़ा समझना देखो ਇਹਦੇ ਵਿੱਚ ਬਜਾਏ ਵੀ ਕਿਸੇ ਦਾ ਥੈਂਕਫੁਲ ਹੋਣ ਤੇ ਵੀ ਨਾਲ ਇਹ ਕਹੀ ਜਾਣਾ ਜੀ ਅਸੀਂ ਇਸ ਗੱਲ ਤੇ ਰਾਜ਼ੀ ਨਹੀਂ। ਮੈਂ ਇੱਕ ਸਮਝਣਾ ਵੀ ਤੁਸੀਂ ਇਹ ਵੇਖੋ ਵੀ ਪੜ੍ਹਾਈ ਦਾ ਮਿਆਰ ਕਿੰਨਾ ਡਿੱਗਿਆ ਪਿਛਲੇ 10 ਸਾਲਾਂ ਦੇ ਵਿੱਚ। ਮੈਂ ਜਿਹੜੇ ਕਈ ਸਕੂਲਾਂ ਦੇ ਵਿੱਚ 0% 10% ਰਿਜ਼ਲਟਸ ਆਏ ਨੇ ਕਿ ਉਹ ਪੇਰੈਂਟਸ ਨਹੀਂ ਚਾਹੁੰਦੇ ਵੀ ਸਾਡੇ ਬੱਚਿਆਂ ਦੀ ਪੜ੍ਹਾਈ ਦਾ ਮਿਆਰ ਤਾਂ ਚੁੱਕਿਆ ਜਾਏ। ਸੋ ਇਹ ਮੈਂ ਸਮਝਣਾ ਬੈਲੈਂਸਿਸ ਇਜ਼ ਇੰਪੋਰਟੈਂਟ। ਇਹ ਸਮਝਣਾ ਚਾਹੀਦਾ ਹੈ। ਬਾਜਵਾ ਸਾਹਿਬ ਪੜ੍ਹਾਈ ਦਾ ਮਿਆਰ ਅਧਿਆਪਕਾਂ ਦੀਆਂ ਤਨਖਾਹਾਂ ਘੱਟ ਕਰਕੇ ਚੁੱਕਿਆ ਜਾਏਗਾ। ਦੇਣਾ ਚਾਹੁੰਦਾ ਵੀ ਠੀਕ ਹੈ ਨਹੀਂ 30,000 ਰੁਪਇਆ ਹਰੇਕ ਅਧਿਆਪਕ ਦੀ ਤਨਖਾਹ ਚੋਂ ਕੱਟ ਕੇ ਪੜ੍ਹਾਈ ਦਾ ਮਿਆਰ ਉੱਚਾ ਚੁੱਕਿਆ ਜਾਏਗਾ। ਇਹ ਨਹੀਂ ਹੈ। ਤੁਸੀਂ ਸੁਣੋ ਦੇਖੋ ਜਿਹੜੀ ਤਨਖਾਹ ਜਿਹੜੇ ਅੱਜ 15,000 ਦੇ ਵਿੱਚ 45,000 3 ਟੀਚਰ ਜਿੱਥੇ ਟੀਚਰਸ ਘੱਟ ਨੇ ਉੱਥੇ ਟੀਚਰਸ ਸਰਕਾਰ ਵੱਧ ਦੇਗੀ ਔਰ ਜਿੱਥੇ ਜਿਹੜੇ ਬੱਚਿਆਂ ਨੂੰ ਪੜ੍ਹਾਈ ਬਿਲਕੁਲ ਸਹੀ ਢੰਗ ਨਾਲ ਸੱਜੇ ਢੰਗ ਨਾਲ ਕੀਤੀ ਜਾਊਗੀ। ਗੱਲ ਇਹ ਨਹੀਂ, ਗੱਲ ਇਹ ਹੈ ਵੀ ਸਰਕਾਰ ਨੇ ਇਹਨਾਂ ਨੂੰ ਪੱਕਿਆ ਕਰ ਲਿਆ ਤੇ ਕੀ ਗੱਲ ਹੈ ਵੀ ਹਰ ਚੀਜ਼ ਦੇ ਵਿੱਚ ਆਪਾਂ 3 ਸਾਲ ਵੇਟ ਨਹੀਂ ਕਰ ਸਕਦੇ ਵੀ ਸਾਡੀ ਤਨਖਾਹ ਜਿਹੜੀ ਹੈ ਉਦੋਂ 48,000 ਦੀ ਹੋ ਜਾਊਗੀ। ਫਿਰ ਸਰਕਾਰ ਨੇ ਇਹਨਾਂ ਨੂੰ ਪੈਨਸ਼ਨ ਦਾ ਜਿਹੜਾ ਹੈਗਾ ਵੀ ਸਰਕਾਰ ਇਹਨਾਂ ਦੀ ਰਿਟਾਇਰਮੈਂਟ ਤੋਂ ਬਾਅਦ ਇਹਨਾਂ ਨੂੰ ਪੈਨਸ਼ਨ ਦੇਗੀ। ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਅੱਜ ਦੀ ਇਹਨਾਂ ਫਾਈਨੈਂਸ਼ੀਅਲ ਸਥਿਤੀ ਨੂੰ ਵੇਖਦੇ ਹੋਇਆਂ ਸਾਨੂੰ ਇਹ ਅੱਛੀ ਪਾਲਿਸੀ ਦਿੱਤੀ ਹੈ। ਬਾਜਵਾ ਸਾਹਿਬ ਮੇਰੇ 2 ਸਵਾਲ ਹੈ ਮੈਂ ਇਹਨਾਂ ਨੂੰ ਬਾਅਦ ਚ ਲਾਂਗਾ। ਸਿਰਫ ਮੇਰੇ 2 ਸਵਾਲਾਂ ਦਾ ਜਵਾਬ ਦੇ ਦਿਓ, ਸਿਰਫ 2 ਸਵਾਲਾਂ ਦਾ ਜਵਾਬ ਦੇ ਦਿਓ। ਪਹਿਲੀ ਗੱਲ ਇਹ ਜਿਸ ਸ਼ਖਸ ਨੂੰ 45,000 ਤਨਖਾਹ ਮਿਲਦੀ ਹੋਵੇ ਯਕਾਯਕ ਉਹਨੂੰ ਕਹਿ ਦਿਓ ਕਿ ਤੈਨੂੰ 15,000 ਰੁਪਏ ਤਨਖਾਹ ਮਿਲਣੀ ਸ਼ੁਰੂ ਹੋਏਗੀ, ਉਹ ਆਪਣੇ ਘਰ ਦਾ ਗੁਜ਼ਾਰਾ ਕਿਵੇਂ ਕਰੇਗਾ? ਜਿਸ ਨੇ ਆਪਣੇ ਘਰ ਦੇ ਲਈ ਲੋਨ ਵੀ ਲਿਆ, ਜਿਸ ਨੇ ਕੋਈ ਸਿੱਖਿਆ ਦੇ ਲਈ ਵੀ ਲੋਨ ਲਿਆ ਆਪਣੇ ਬੱਚਿਆਂ ਦੇ ਲਈ, ਉਹ ਆਪਣਾ ਲੋਨ ਕਿਵੇਂ ਭਰੇਗਾ? ਪਹਿਲੀ ਗੱਲ। ਦੂਜੀ ਗੱਲ ਮੈਨੂੰ ਇਹ ਦੱਸੋ ਕਿ ਤੁਸੀਂ ਚੋਣ ਵਾਅਦਾ ਇਹ ਕੀਤਾ ਸੀ, ਤੁਸੀਂ ਤਾਂ ਚੋਣ ਵਾਅਦਾ ਇਹ ਕੀਤਾ ਸੀ ਕਿ ਰੈਗੂਲਰ ਕਰਾਂਗੇ, ਇਹ ਤਾਂ ਨਹੀਂ ਕਿਹਾ ਸੀ ਕਿ ਰੈਗੂਲਰ ਕਰਨ ਵੇਲੇ ਤੁਹਾਡੀਆਂ ਤਨਖਾਹਾਂ ਘੱਟ ਕਰ ਦਾਂਗੇ। ਔਰ ਤੀਸਰੀ ਗੱਲ ਜਿਹੜੀ ਤੁਸੀਂ ਕਹਿ ਰਹੇ ਹੋ 3 ਸਾਲਾਂ ਬਾਅਦ ਇਹਨਾਂ ਨੂੰ ਤਾਂ 7-7 8-8 ਸਾਲ ਹੋ ਗਏ ਨੌਕਰੀ ਕਰਦਿਆਂ, ਹਾਲੇ ਵੀ ਤੁਸੀਂ ਕਹਿ ਰਹੇ ਹੋ ਕਿ 3 ਸਾਲ ਦਾ ਪ੍ਰੋਬੇਸ਼ਨ ਪੀਰੀਅਡ, ਹੋਰ ਕੀ ਇਹਨਾਂ ਦੇ ਵਿੱਚ ਚੈੱਕ ਕਰਨਾ 3 ਸਾਲ? ਦੇਖੋ ਸਾਨੂੰ ਜਿਹੜੀ ਚੀਜ਼ ਜਿਹੜਾ ਸਾਰਿਆਂ ਨੂੰ ਇਸ ਚੀਜ਼ ਦਾ ਦੇਖਣਾ ਚਾਹੀਦਾ ਹੈ ਵੀ ਓਵਰ ਦਾ ਟਾਈਮ ਸਾਡੇ ਬੱਚਿਆਂ ਦੀ ਐਜੂਕੇਸ਼ਨ ਦਾ ਪੰਜਾਬ ਦੇ ਵਿੱਚ ਮਿਆਰ ਥੱਲੇ ਡਿੱਗਾ ਹੈ।
ਜੇ ਇਹ ਟੀਚਰਸ ਨੂੰ ਜੇ ਸਰਕਾਰ ਨੇ ਪੱਕਿਆ ਕਰਤਾ, ਪਹਿਲੀ ਤੇ ਇਹਨਾਂ ਦੀ ਮੰਗ ਸੀ ਵੀ ਸਾਨੂੰ ਪੱਕਿਆ ਕੀਤਾ ਜਾਏ, ਪੱਕਿਆ ਕਰਤਾ, ਹੁਣ ਪੱਕੇ ਕਰਕੇ ਜੇ 3 ਸਾਲਾਂ ਬਾਅਦ ਉਹੀ ਸਾਨੂੰ ਤਨਖਾਹ ਮਿਲ ਜੂਗੀ ਤੇ ਪ੍ਰੋਬੇਸ਼ਨ ਪੀਰੀਅਡ ਹੀ ਹੈ ਨਾ। ਫॉर द ਐਗਜ਼ਾਮਪਲ ਕੀ ਹਰਜ਼ ਕੀ ਹੈ? ਨਹੀਂ ਬਾਜਵਾ ਸਾਹਿਬ 3 ਸਾਲ ਸਰਕਾਰ ਨੇ ਗੁਜ਼ਾਰਾ ਸਾਨੂੰ ਕਿਵੇਂ ਨੌਕਰੀ ਦੇਤੀ, 15,000 ਰੁਪਏ ਤੱਕ ਤੁਹਾਡੀ ਘਰ ਚਲਾ ਪੂਰੀ ਲਓਗੇ ਕਰ ਲਈ, ਤੇ ਆਪਾਂ ਹੁਣ ਇਹ ਵੀ ਨਹੀਂ ਵੇਟ ਕਰ ਸਕਦੇ ਵੀ ਜੀ 3 ਸਾਲਾਂ ਸਾਡੀ ਟੀਚਰਸ ਮੇਰੀ ਗੱਲ ਦਾ ਜਵਾਬ ਦੇਣਾ। ਪਟਵਾਰੀਆਂ ਨੇ ਗਾਂ ਪਟਵਾਰੀ ਰੱਖੇ ਨੇ, ਟੀਚਰਸ ਨੇ ਗਾਂ ਟੀਚਰਸ ਰੱਖੇ ਨੇ ਕਈ ਸਕੂਲਾਂ ਦੇ ਵਿੱਚ। ਚਲੋ ਇਹਦਾ ਜਵਾਬ ਹੁਣ ਆਪਾਂ ਇਹਨਾਂ ਤੋਂ ਹੀ ਲੈ ਲੈਂਦੇ, ਆਪਾਂ ਜਵਾਬ ਲੈ ਲੈਂਦੇ। ਆਮ ਪ੍ਰਾਈਵੇਟ ਸਕੂਲਸ ਕੀ ਦੇਖਦੇ ਮੈਂ ਜਵਾਬ ਲੈ ਲੈਣਾ ਬਾਜਵਾ ਸਾਹਿਬ, ਇੱਕ ਮਿੰਟ ਜਵਾਬ ਲੈ ਲਾਂ ਫਿਰ ਅੱਗੇ ਵਧਦੇ ਦੇਖਦੇ ਹਾਂ। ਸੁਣੋ ਮੇਰੀ ਗੱਲ ਸੁਣੋ, ਮੇਰੀ ਗੱਲ ਸੁਣੋ, ਮੇਰੀ ਗੱਲ ਦਾ ਜਵਾਬ ਮੇਰੀ ਪ੍ਰਾਈਵੇਟ ਸਕੂਲ ਮੇਰੀ ਗੱਲ ਸੁਣੋ ਜੀ। ਪ੍ਰਾਈਵੇਟ ਸਕੂਲ ਦੇ ਵਿੱਚ ਅੱਜ 5-5 6-6 ਹਜ਼ਾਰ ਦੇ ਟੀਚਰ ਕੰਮ ਕਰ ਰਹੇ ਨੇ। ਜੇ ਪ੍ਰਾਈਵੇਟ ਸਕੂਲ ਚੋਂ 5-6 ਹਜ਼ਾਰ ਦੇ ਕਰਕੇ ਤੇ ਆਪਣਾ ਗੁਜ਼ਾਰਾ ਕਰਦੇ ਨੇ ਤੇ ਇਹਨਾਂ ਨੂੰ ਤੇ ਫਿਰ 15,000 ਰੁਪਏ। ਚਲੋ ਮੈਂ ਇਹਨਾਂ ਤੋਂ ਰਿਪਲਾਈ ਲੈ ਲੈਣਾ, ਪਰ ਫਿਰ ਮਾਫ ਕਰਨਾ ਆਪਾਂ ਨੂੰ ਕੰਪੈਰੀਜ਼ਨ ਮਾਲੀ ਦੇ ਨਾਲ ਨਹੀਂ ਕਰਨਾ ਚਾਹੀਦਾ ਸੀ ਜੇ 5-5 ਹਜ਼ਾਰ ਦੇ ਆਪਾਂ ਨੂੰ ਟੀਚਰ ਚਾਹੀਦੇ ਨੇ। ਹਾਂਜੀ ਟੋਡਰਪੁਰ ਜੀ। ਪਹਿਲੀ ਗੱਲ ਤਾਂ ਜੋ ਇਹਨਾਂ ਨੇ ਆਖਿਆ ਕਿ ਪਟਵਾਰੀ ਨੇ ਪਟਵਾਰੀ ਰੱਖਿਆ ਤੇ ਅਧਿਆਪਕਾਂ ਨੇ ਅੱਗੇ ਅਧਿਆਪਕ ਰੱਖੇ ਨੇ, ਅਸੀਂ ਮੰਗ ਕਰਦੇ ਹਾਂ ਕਿ ਪੰਜਾਬ ਸਰਕਾਰ ਜੇ ਇਸ ਚੀਜ਼ ਨੂੰ ਰੋਕ ਨਹੀਂ ਸਕਦੀ ਤਾਂ ਜ਼ਿੰਮੇਵਾਰੀ ਕਿਸ ਦੀ ਹੈਗੀ ਆ? ਉੱਪਰ ਜਿਹੜੀ ਚੈਕਿੰਗ ਹੁੰਦੀ ਆ ਅਲੱਗ-ਅਲੱਗ ਪੱਧਰ ਤੇ, ਉਹ ਕੀ ਚੈੱਕ ਕਰਦੇ ਆ ਜੇ ਅਸੀਂ ਇਹ ਨਹੀਂ ਫੜ ਸਕੇ? ਕਿੰਨੇ ਕੇਸ ਇਹ ਜੇ ਸਾਹਮਣੇ ਆਏ ਨੇ ਉਹ ਸਰਕਾਰ ਸਾਬਤ ਕਰੇ। ਅਗਲੀ ਗੱਲ ਪੜ੍ਹਾਈ ਦਾ ਮਿਆਰ ਤੇ ਅਧਿਆਪਕ ਦੀ ਤਨਖਾਹ, ਇਸ ਚੀਜ਼ ਨੂੰ ਆਪਸ ਦੇ ਵਿੱਚ ਜੋੜਨਾ ਸਰਾਸਰ ਨਾਇਨਸਾਫੀ ਆ। ਚੋਣਾਂ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਨੂੰ ਵਾਅਦਾ ਕਰਨਾ ਚਾਹੀਦਾ ਸੀ ਕਿ ਅਸੀਂ ਤਨਖਾਹ ਘਟਾ ਕੇ ਫਿਰ ਰੈਗੂਲਰ ਕਰਾਂਗੇ। ਇਹ ਵਾਅਦਾ ਕਰਦੇ ਅਸੀਂ ਮੰਨ ਲੈਂਦੇ। ਉਹਨਾਂ ਦਾ ਕਹਿਣ ਦਾ ਭਾਵ ਇਹ ਹੈ ਕਿ 45,000 ਜੇ ਤੁਹਾਨੂੰ ਦਿੰਦੇ ਆ, 15-15 ਚੋਂ 3 ਅਧਿਆਪਕ ਰੱਖ ਲੈਣਗੇ, ਪੜ੍ਹਾਈ ਦਾ ਮਿਆਰ ਤਾਂ ਆਪਣੇ ਆਪ ਉੱਚਾ ਚੁੱਕਿਆ ਜਾਏਗਾ। ਦੇਖੋ ਜੀ 15-15 ਦੇ ਵਿੱਚ ਰੱਖ ਲੈਣਗੇ, ਪਰ ਸਰਕਾਰ ਆਉਣ ਤੋਂ ਪਹਿਲਾਂ ਉਹਨਾਂ ਨੂੰ ਇਹ ਆਖਣਾ ਚਾਹੀਦਾ ਸੀ ਕਿ ਅਸੀਂ ਜਿੰਨੇ ਅਧਿਆਪਕ ਤਨਖਾਹ ਲੈ ਰਹੇ ਨੇ ਉਹਨਾਂ ਦੀ ਤਨਖਾਹ ਉਹਨਾਂ ਨੂੰ ਕੱਢ ਕੇ ਨੌਕਰੀ ਤੋਂ ਉਹਨਾਂ ਦੀ ਜਗ੍ਹਾ 15-15 ਹਜ਼ਾਰ ਵਾਲੇ ਰੱਖਾਂਗੇ। ਇਹ ਵਾਅਦਾ ਕਰਨਾ ਚਾਹੀਦਾ ਸੀ। ਅਗਲੀ ਗੱਲ, ਅਧਿਆਪਕਾਂ ਦੀ ਤਨਖਾਹ ਦੇ ਮੌਕੇ ਸਰਕਾਰ ਨੂੰ ਧਿਆਨ ਆਉਂਦਾ ਖਜ਼ਾਨੇ ਦੀ ਮਾੜੀ ਹਾਲਤ ਦਾ, ਪਰ ਅਸੀਂ ਇੱਥੇ ਯਾਦ ਕਰਾ ਦੇਣਾ ਚਾਹੁੰਦੇ ਆ ਕਿ ਵਿਧਾਇਕ ਜਿੰਨੇ ਵਾਰ ਵਿਧਾਇਕ ਬਣਦਾ ਉਨੀਆਂ ਪੈਨਸ਼ਨਾਂ, ਮੈਂਬਰ ਪਾਰਲੀਮੈਂਟ ਜਿੰਨੇ ਵਾਰ ਮੈਂਬਰ ਪਾਰਲੀਮੈਂਟ ਬਣਦਾ ਉਨੀਆਂ ਪੈਨਸ਼ਨਾਂ। ਜਿਹੜੀ ਪੈਨਸ਼ਨ ਵਾਲੀ ਗੱਲ ਇਹਨਾਂ ਨੇ ਕੀਤੀ ਹੈਗੀ ਆ, ਨਿਊ ਪੈਨਸ਼ਨ ਸਕੀਮ ਸ਼ੁਰੂ ਕੀਤੀ ਆ ਪਿਛਲੇ ਸਮੇਂ ਤੋਂ ਸਰਕਾਰਾਂ ਨੇ। ਕੋਈ ਜਿਹੜੀ ਪੁਰਾਣੀ ਪੈਨਸ਼ਨ ਸੀ ਸਾਡੀ ਉਹ ਮੰਗ ਹੈਗੀ ਆ, ਪੁਰਾਣੀ ਪੈਨਸ਼ਨ ਸਕੀਮ ਸਰਕਾਰ ਨੇ ਚਾਲੂ ਨਹੀਂ ਕੀਤੀ ਤੇ ਜਿਹੜੀ ਨਿਊ ਪੈਨਸ਼ਨ ਸਕੀਮ ਆ ਸਿਰਫ ਤੇ ਸਿਰਫ ਸ਼ੇਅਰ ਮਾਰਕੀਟ ਨਾਲ ਜੁੜੀ ਹੋਈ ਆ। ਉਹ ਕਿਸੇ ਮੁਲਾਜ਼ਮ ਦੇ ਕੋਈ ਸਿਕਿਉਰਿਟੀ ਨਹੀਂ। ਇੱਕ ਕਰਕੇ ਮੈਨੂੰ ਰਿਐਕਸ਼ਨ ਲੈ ਲੈਣ ਦਿਓ, ਬੈਂਸ ਸਾਹਿਬ ਤੋਂ ਰਿਐਕਸ਼ਨ ਲੈ ਲਾਂ ਫਿਰ ਮੈਂ ਇਧਰ ਵੀ ਆਣਾ। ਬੈਂਸ ਸਾਹਿਬ ਗੱਲ ਇਹ ਹੈ ਕਿ ਹਰ ਇੱਕ ਚੀਜ਼ ਆਪਾਂ ਡਿਮਾਂਡ ਕਰਦੇ ਹਾਂ। ਅਸੀਂ ਜਿਵੇਂ ਬਾਜਵਾ ਸਾਹਿਬ ਨੇ ਕਿਹਾ ਕਿ ਸਰਕਾਰੀ ਸਕੂਲਾਂ ਦਾ ਮਿਆਰ ਡਿੱਗਿਆ, ਉਸ ਮਿਆਰ ਨੂੰ ਉੱਚਾ ਚੁੱਕਣ ਦੇ ਲਈ ਸਾਰਿਆਂ ਨੂੰ ਹਮਲਾ ਮਾਰਨ ਦੀ ਜ਼ਰੂਰਤ ਹੈ। ਜੇ ਅਧਿਆਪਕ ਦੀ ਤਨਖਾਹ ਕੱਟੀ ਗਈ ਹੈ ਤੇ ਜਿਹੜੀ ਘੱਟ ਕੀਤੀ ਗਈ ਹੈ ਉਹ ਤਨਖਾਹ ਸਕੂਲਾਂ ਤੇ ਲਾਈ ਜਾਏਗੀ, ਮਿਆਰ ਉੱਚਾ ਚੁੱਕਿਆ ਜਾਏਗਾ। ਬੜੀ ਅੱਛੀ ਗੱਲ ਹੈ ਜਿਹੜੀ ਬਾਜਵਾ ਸਾਹਿਬ ਨੇ ਕੀਤੀ ਹੈ, ਕਿਉਂਕਿ ਇਹਦੇ ਚ ਇੱਕ ਬੜਾ ਸੋਹਣਾ ਅਸੂਲ ਨਿਕਲ ਸਕਦਾ ਹੈ ਔਰ ਉਹ ਇਕੱਲੇ ਟੀਚਰਸ ਤੇ ਲਾਗੂ ਨਹੀਂ ਹੋਏਗਾ। ਫਿਰ ਉਹ ਹੈ ਪਰਫਾਰਮੈਂਸ ਆਡਿਟ, ਯਾਨੀ ਕਿ ਮੁੱਖ ਮੰਤਰੀ ਸਾਹਿਬ ਤੋਂ ਲੈ ਕੇ ਪਟਵਾਰੀ ਸਾਹਿਬ ਕਹਿ ਰਹੇ ਨੇ ਜਾਂ ਚਪਰਾਸੀ ਜੋ ਵੀ ਜਿਹਨੂੰ ਵੀ ਇਹ ਕਹਿਣ ਜਿੰਨਾ ਨਤੀਜਾ ਉਨੀ ਤਨਖਾਹ, ਹਾਂ ਕਿ ਜਿੰਨੀ ਉਹਦੀ ਪਰਫਾਰਮੈਂਸ ਹੋਵੇ ਉਹਦੇ ਹਿਸਾਬ ਨਾਲ ਉਹਨੂੰ ਤੁਸੀਂ ਤਨਖਾਹ ਦਿਓ। ਤੇ ਉਹਦੇ ਤੇ ਫਿਰ ਕੱਲੇ ਇਹ ਨਹੀਂ ਇਹਨਾਂ ਤੇ ਨਹੀਂ ਲਾਗੂ ਹੋਏਗਾ, ਉਹ ਕੱਲਿਆਂ ਤੇ, ਉਹ ਮੇਰੇ ਤੇ ਵੀ ਲਾਗੂ ਹੋਏਗਾ, ਉਹ ਸਾਡੇ ਐਮਐਲਏ ਸਾਹਿਬਾਨ ਤੇ ਵੀ ਲਾਗੂ ਹੋਏਗਾ, ਉਹ ਆਈਏਐਸ ਆਫੀਸਰ ਸਾਹਿਬਾਨ ਤੇ ਵੀ ਲਾਗੂ ਹੋਏਗਾ। ਲੇਕਿਨ ਕਈ ਗੱਲਾਂ ਬਾਜਵਾ ਸਾਹਿਬ ਕਹਿ ਗਏ ਨੇ ਜਿਹੜਾ ਤਾਂ ਮੈਂ ਸਮਝਦਾ ਜ਼ਿਆਦਾ ਗੁੱਸੇ 'ਚ ਬੈਠੇ ਨੇ ਇਸ ਵੇਲੇ ਜਾਂ ਕਿਵੇਂ, ਉਹ ਗੱਲਾਂ ਬਾਜਵਾ ਸਾਹਿਬ ਮੇਰਾ ਨਹੀਂ ਖਿਆਲ ਇੱਦਾਂ ਕਰਨ ਵਾਲੇ ਇਸ ਤਰ੍ਹਾਂ ਦਾ ਉਹਨਾਂ ਦਾ ਨਾਰਮਲ ਜਿਹੜਾ ਮੈਂ ਜਾਣਦਾ ਇਹਨਾਂ ਨੂੰ ਬੜੇ ਵਧੀਆ ਬੰਦੇ ਨੇ ਕਿ ਜਿਹੜੀ ਇਹਨਾਂ ਨੇ ਗੱਲ ਕਰਤੀ ਹੈ ਕਿ ਜੀ ਇਹਨਾਂ ਦੇ ਤਾਂ ਰਿਜ਼ਲਟ ਹੀ ਮਾੜੇ ਨੇ, ਫਿਰ ਇਹਨਾਂ ਨੂੰ ਰੱਖਿਆ ਇਹ ਕਿਉਂ ਆ? ਫਿਰ ਜਾਂ ਤਾਂ ਇਹਨਾਂ ਨੂੰ ਤੁਸੀਂ ਡਿਸਮਿਸ ਕਰੋ ਕਿ ਜੀ ਤੁਹਾਡੇ ਰਿਜ਼ਲਟ ਮਾੜੇ ਨੇ, ਤੇ ਇੱਦਾਂ ਦੇ ਤਾਂ ਪੰਜਾਬ ਵਿੱਚ ਜਾਂ ਦੁਨੀਆ ਵਿੱਚ ਜਾਂ ਹਿੰਦੁਸਤਾਨ ਦੇ ਵਿੱਚ ਜਾਂ ਦੁਨੀਆ ਵਿੱਚ ਹੀ ਕਿਤੇ ਰੂਲ ਐਸਾ ਨਹੀਂ ਹੈ। ਇਹਨਾਂ ਦੇ ਰਿਜ਼ਲਟ ਦੀ ਬਾਜਵਾ ਸਾਹਿਬ ਇੱਕ ਮਿੰਟ ਮੈਂ ਗੱਲ ਪੂਰੀ ਕਰ ਲਾਂ ਜੀ, ਫਿਰ ਮੈਂ ਤੁਹਾਡੇ ਨਾਲ ਗੱਲ ਕਰ ਲਾਂਗਾ ਜੀ। ਤਾਂ ਜੇ ਤਾਂ ਆਪਾਂ ਇਹਨਾਂ ਦੀ ਮੁੱਖ ਮੰਤਰੀ ਸਾਹਿਬ ਸਾਫ਼-ਸਾਫ਼ ਕਹਿਣ ਕਿ ਅਸੀਂ ਇਹਨਾਂ ਨੂੰ 40-50 ਹਜ਼ਾਰ ਕਿਉਂ, ਅਸੀਂ 70,000 ਵੀ ਦੇਣ ਨੂੰ ਤਿਆਰ ਹਾਂ, ਪਰਫਾਰਮੈਂਸ ਇੰਪਰੂਵ ਕਰ ਲੈਣ, ਤੇ ਮੇਰਾ ਖਿਆਲ ਐਗਰੀ ਕਰ ਜਾਣਗੇ। ਤੇ ਜੇ ਮੈਂ ਕਹਿੰਦਾ ਇਦਾਂ ਵੈਸੇ ਕਹਿਣਾ ਨਾਜਾਇਜ਼ ਆ, ਕਿਉਂਕਿ ਇਹ ਫਿਰ ਇਕੱਲੇ ਟੀਚਰਸ ਤੇ ਲਾਗੂ ਨਹੀਂ ਹੋਏਗਾ, ਇੱਕ ਚੀਜ਼ ਹੈ। ਦੂਸਰੀ ਚੀਜ਼ ਬਾਜਵਾ ਸਾਹਿਬ ਕਹਿ ਰਹੇ ਨੇ ਕਿ ਪ੍ਰਾਈਵੇਟ ਸਕੂਲਸ ਦੇ ਵਿੱਚ ਇਦਾਂ ਹੋ ਰਿਹਾ, ਲੇਕਿਨ ਜੇ ਐਕਸਪਲੋਇਟੇਸ਼ਨ ਹੋ ਰਹੀ ਹੈ ਕਿਸੇ ਥਾਂ ਦੇ ਉੱਤੇ, ਤਾਂ ਡਸ ਦੈਟ ਜਸਟੀਫਾਈ ਅ ਗਵਰਨਮੈਂਟ ਜਿਹੜੀ ਕਿ ਲੋਕਾਂ ਦੀ ਨੁਮਾਇੰਦਾ ਕਿ ਉਹ ਸਮਾਜ ਦੇ ਸਭ ਤੋਂ ਮਾੜੀਆਂ ਐਗਜ਼ਾਮਪਲਸ ਨੂੰ ਆਪਣਾ ਰੋਲ ਮਾਡਲ ਬਣਾਵੇ
ਔਰ ਜਿੱਥੇ ਜਿੱਥੇ ਵੀ ਲੁੱਟ ਖਸੁੱਟ ਹੋ ਰਹੀ ਹੈ ਉਹਦੇ ਨਾਂ ਦੇ ਉੱਤੇ ਸਰਕਾਰ ਲੁੱਟ ਖਸੁੱਟ ਸ਼ੁਰੂ ਕਰ ਦੇ ਕਿ ਉੱਥੇ ਵੀ ਤਾਂ ਹੋ ਹੀ ਰਹੀ ਹੈ, ਅਸੀਂ ਕਿਉਂ ਨਾ ਕਰੀਏ। ਫਿਰ ਤਾਂ ਇਹ ਵੀ ਹੋ ਜਾਏਗਾ ਵੀ ਪ੍ਰਾਈਵੇਟ ਸਕੂਲਾਂ ਦੇ ਵਿੱਚ ਜਾਂ ਪ੍ਰਾਈਵੇਟ ਹੋਰ ਅਦਾਰਿਆਂ ਦੇ ਵਿੱਚ ਕਰਪਸ਼ਨ ਹੁੰਦੀ ਹੈ। ਚਲੋ, ਜੋ ਤਰਕ ਦੇ ਰਹੇ ਹੋ ਤੁਹਾਨੂੰ ਲੱਗਦਾ ਕਿ ਉਹ ਤਰਕ ਗਲਤ ਹੈ, ਕਰਪਸ਼ਨ ਜਾਇਜ਼ ਹੈ। ਠੀਕ ਹੈ, ਠੀਕ ਹੈ। ਅਸਲ 'ਚ ਗੱਲ ਹਰਪ੍ਰੀਤ ਜੀ ਕੀ ਹੈ, ਜਿਹੜੀ ਗੱਲ ਬੱਚਿਆਂ ਨੇ ਪਹਿਲਾਂ ਵੀ ਦੱਸੀ ਹੈ ਕਿ ਇਹ ਜਿਹੜੀ ਸਰਕਾਰ ਘਰ ਘਰ ਰੁਜ਼ਗਾਰ ਦੀ ਗੱਲ ਕਰਦੀ ਸੀ, ਉਹਨਾਂ ਨੇ ਇਹਨਾਂ ਬੱਚਿਆਂ ਨੂੰ ਮੁੱਖ ਮੰਤਰੀ ਸਾਹਿਬ ਨੇ ਖੁਦ ਜਿਹੜੇ ਉਸ ਵੇਲੇ ਕਾਂਗਰਸ ਪਾਰਟੀ ਦੇ ਲੀਡਰ ਸਨ, ਇਹਨਾਂ ਦੇ ਵਿੱਚ ਬੈਠ ਕੇ ਇਹਨਾਂ ਨੂੰ ਕਿਹਾ ਕਿ ਤੁਹਾਡੀ ਅਸੀਂ ਬਿਲਕੁਲ ਅਨਕੰਡੀਸ਼ਨਲ ਪ੍ਰੋਮਿਸ ਕੀਤਾ ਕਿ ਤੁਹਾਨੂੰ ਰੈਗੂਲਰਾਈਜ਼ ਕਰਾਂਗੇ ਜੀ, ਔਰ ਬਿਲਕੁਲ ਰੈਗੂਲਰਾਈਜ਼ ਉਹੀ ਕਰਾਂਗੇ ਜਿਵੇਂ ਰੈਗੂਲਰਾਈਜ਼ ਹੁੰਦੇ ਨੇ। ਉਹ ਇੱਕ ਤਾਂ ਉਹ ਤੋਂ ਪਿੱਛੇ ਹਟ ਗਏ ਨੇ। ਦੂਸਰਾ ਜਿਹੜਾ ਉਹ ਫਾਰਮੂਲਾ ਕੱਢ ਰਹੇ ਨੇ ਕਿ ਇਹਨਾਂ ਦਾ 45,000 ਜਾਂ 50,000 ਜਾਂ 55,000 ਤੋਂ ਲਿਆ ਕੇ ਸਿੱਧਾ ਹੀ 15,000 ਰੁਪਏ ਤੱਕ ਇਹਨਾਂ ਨੂੰ ਪਰ ਮੰਥ ਦੇਣ ਦਾ, ਉਹਦੀ ਕੋਈ ਜਸਟੀਫਿਕੇਸ਼ਨ ਨਾ ਦੇਣ ਕਿ ਇਦਾਂ ਕਿਉਂ, ਵਾਈ ਦਿਸ। ਚਲੋ ਆਪਾਂ ਰਿਪਲਾਈ ਇਹਦਾ ਵੀ ਲੈਣਾ। ਸੰਘੇੜਾ ਸਾਹਿਬ, ਗੱਲ ਇਹ ਹੈ ਕਿ ਜਿਹੜਾ ਫਤਿਹਜੰਗ ਸਿੰਘ ਬਾਜਵਾ ਹੋਰਾਂ ਨੇ ਤਰਕ ਦਿੱਤਾ ਕਿ ਪ੍ਰਾਈਵੇਟ ਸਕੂਲਾਂ ਦੇ ਵਿੱਚ 5-5 6-6 ਹਜ਼ਾਰ ਰੁਪਏ ਦੇ ਵਿੱਚ ਵੀ ਤਾਂ ਅਧਿਆਪਕ ਕੰਮ ਕਰ ਰਹੇ ਨੇ, ਇੱਥੇ ਤਾਂ ਫਿਰ 15,000 ਮਿਲ ਰਿਹਾ, ਨਾਲ ਪੈਨਸ਼ਨ ਵੀ ਮਿਲ ਰਹੀ ਹੈ, ਨਾਲ ਜੌਬ ਸਿਕਿਉਰਿਟੀ ਵੀ ਹੈ। ਨਹੀਂ ਦੇਖੋ, ਇਹਦੇ ਵਿੱਚ ਤਾਂ ਕੋਈ ਤਰਕ ਨਹੀਂ ਹੈ। ਬੈਂਸ ਸਾਹਿਬ ਨੇ ਬਹੁਤ ਵਧੀਆ ਤਰੀਕੇ ਨਾਲ ਐਕਸਪਲੇਨ ਕਰਤਾ ਆ। ਜੇ ਕੋਈ ਕਿਸੇ ਪਾਸੇ ਵੀ ਵਧੀਕੀ ਹੋ ਰਹੀ ਹੈ ਉਹ ਅਨਜਸਟੀਫਾਈਡ ਹੈ। 5-5 ਹਜ਼ਾਰ ਤੇ ਜਾਂ 6-6 ਹਜ਼ਾਰ ਤੇ ਇਹਨਾਂ ਨੇ ਕਿਹਾ ਵੀ ਟੀਚਰ ਰੱਖੇ ਹੋਏ ਆ, ਉੱਥੇ ਪੇਰੈਂਟਸ ਬੱਚਿਆਂ ਨੂੰ ਪੜ੍ਹਾਉਂਦੇ ਆ। ਟੀਚਰ ਵਿਚਾਰਾ 5-6 ਹਜ਼ਾਰ ਤੇ ਜਿਹੜਾ ਕੰਮ ਕਰੂਗਾ ਉਹ ਕਿੰਨੀ ਕੁ ਮਿਹਨਤ ਕਰੂਗਾ। ਚਲੋ ਮੈਂ ਉਹ ਡੀਟੇਲ ਦੇ ਵਿੱਚ ਨਹੀਂ ਜਾਂਦਾ। ਦੈਟ ਇਜ਼ ਇੰਟਾਇਰਲੀ ਅਨਜਸਟੀਫਾਈਡ 5-6 ਹਜ਼ਾਰ ਕਿਸੇ ਟੀਚਰ ਨੂੰ ਤਨਖਾਹ ਦੇਣੀ, ਈਵਨ ਪ੍ਰਾਈਵੇਟ ਸਕੂਲ 'ਚ ਵੀ, ਜੇ ਉਹ ਫੁੱਲ ਟਾਈਮ ਕੰਮ ਕਰਦਾ। ਜੇ ਉਹ ਪਾਰਟ ਟਾਈਮ ਥੋੜ੍ਹੇ ਸਮੇਂ ਲਈ ਵੱਖਰੀ ਗੱਲ ਹੈ। ਨੰਬਰ 2 ਤੇ ਕਿਸੇ ਵੀ ਸਰਕਾਰੀ ਕਿਸੇ ਪਬਲਿਕ ਸਰਵੈਂਟ ਵੱਲੋਂ, ਜਾਂ ਜਿਸ ਤਰ੍ਹਾਂ ਬਾਜਵਾ ਸਾਹਿਬ ਨੇ ਵੀ ਕਿਹਾ, ਮੈਂ ਇਹਨਾਂ ਦਾ ਸਤਿਕਾਰ ਕਰਦਾ ਹਾਂ, ਪਰ ਜੋ ਇਹਨਾਂ ਨੇ ਕਿਹਾ ਆ ਦਿਸ ਇਜ਼ ਵੈਰੀ ਅਨਫੋਰਚੂਨੇਟ। ਕੋਈ ਵੀ ਪਬਲਿਕ ਸਰਵੈਂਟ ਜਿਹੜਾ ਕਿਸੇ ਜ਼ਿੰਮੇਵਾਰ ਅਹੁਦੇ ਤੇ ਆ, ਉਹ 5-6 ਹਜ਼ਾਰ ਨੂੰ ਜਸਟੀਫਾਈ ਕਰੇ ਤੇ ਨਾਲ ਸਰਕਾਰ ਦੇ ਫੈਸਲੇ ਨੂੰ ਜਸਟੀਫਾਈ ਕਰਨ ਲਈ ਉਹਨਾਂ ਨੂੰ ਕਹੇ ਵੀ ਉਹ ਵੀ ਤਾਂ ਦਿੰਦਾ ਹੀ ਆ। ਦਿਸ ਇਜ਼ ਵੈਰੀ ਬੈਡ। ਇਹ ਨਹੀਂ ਹੋਣਾ ਚਾਹੀਦਾ। ਬਾਕੀ ਮੈਂ ਇੱਕ ਗੱਲ ਜ਼ਰੂਰ ਕਹਿਣੀ ਚਾਹੁੰਦਾ ਆ, ਪਟਵਾਰੀਆਂ ਨੇ ਪਟਵਾਰੀ ਰੱਖ ਲਏ, ਟੀਚਰਾਂ ਨੇ ਟੀਚਰ ਰੱਖ ਲਏ। ਇਹ ਕਿਸੇ ਵੇਲੇ ਗੱਲਾਂ ਸੀਗੀਆਂ, ਹੁਣ ਵੀ ਹੋਣਗੀਆਂ। ਉਹ ਜਦੋਂ ਖਾੜਕੂਵਾਦ ਦਾ ਦੌਰ ਸੀਗਾ, ਕੁਝ ਇਲਾਕਿਆਂ 'ਚ ਟੀਚਰ ਡਰਦੇ ਨਹੀਂ ਸੀ ਜਾਂਦੇ, ਉਹ ਲੋਕਲ ਕਿਸੇ ਬੰਦੇ ਨੂੰ ਰੱਖ ਲੈਂਦੇ ਸੀ। ਉਦੋਂ ਅਸੀਂ ਜ਼ਰੂਰ ਸੁਣਿਆ ਸੀਗਾ। ਮੈਂ ਤਾਂ ਇਹ ਕਹਿਣਾ ਵੀ ਇਹ ਮਤਲਬ ਇਹ ਵੀ ਗੱਲਾਂ ਜਿਹੜੀਆਂ ਮੁੰਡਿਆਂ ਨੇ ਬਹੁਤ ਵਧੀਆ ਜਵਾਬ ਦਿੱਤਾ ਆ ਵੀ ਇਹ ਸਰਕਾਰ ਦੀ ਜ਼ਿੰਮੇਵਾਰੀ ਹੈ, ਉਸ ਡਿਪਾਰਟਮੈਂਟ ਦੀ ਜ਼ਿੰਮੇਵਾਰੀ ਹੈ। ਲਾਅ ਇਨਫੋਰਸ ਕਰੋ। ਇਹੀ ਤਾਂ ਪ੍ਰੋਬਲਮ ਹੈ, ਇੱਥੇ ਲਾਅ ਇਨਫੋਰਸ ਨਹੀਂ ਕੀਤਾ ਜਾਂਦਾ ਹੈਗਾ। ਜੇ ਕਿਤੇ ਹੈਗੀ ਆ ਤਾਂ ਤੁਸੀਂ ਉਸ ਬੰਦੇ ਨੂੰ ਨੌਕਰੀ ਤੋਂ ਕੱਢੋ ਜਿਹੜਾ ਇਸ ਤਰ੍ਹਾਂ ਕਰਦਾ ਆ। ਇਹ ਮਹੱਲੇ ਥੋੜੀ ਆ। ਹਾਂਜੀ, ਉਹਨੇ ਕਿਸੇ ਕਸੂਰ ਕਿਸੇ ਹੋਰ ਨੇ ਕੀਤਾ, ਓਵਰ ਸਪੀਡਿੰਗ ਕੋਈ ਹੋਰ ਕਰ ਰਿਹਾ ਤੇ ਮੇਰਾ ਬੈਠੇ ਤੇ ਖੜੇ ਦੇ ਚਲਾਨ ਕਰ ਦਿਓ, ਜਾਂ ਮੈਂ ਠੀਕ ਡਰਾਈਵਿੰਗ ਕਰ ਰਿਹਾ ਮੇਰਾ ਉਦੋਂ ਚਲਾਨ ਕਰ ਦਿਓ। ਹਾਂਜੀ, ਕਤਲ ਕਿਸੇ ਹੋਰ ਨੇ ਕੀਤਾ, ਜਾ ਕੇ ਮੈਂ ਸਾਡੇ ਪਰਿਵਾਰ ਦੇ 5 ਮੈਂਬਰ ਜੇਲ੍ਹਾਂ 'ਚ ਪਾ ਦਿਓ। ਫਿਰ ਨਹੀਂ ਜੀ 5 ਕਤਲ ਹੋਇਆ, ਕੋਈ ਤਾਂ ਜਾਣਾ ਹੀ ਅੰਦਰ। ਇਹ ਕੋਈ ਜਸਟੀਫਿਕੇਸ਼ਨ ਨਹੀਂ ਹੈਗੀ। ਨਾਲੇ ਹਰਪ੍ਰੀਤ ਜੀ, ਇੱਕ ਲਾਅ ਆਫ ਨੈਚੁਰਲ ਜਸਟਿਸ ਹੈ। ਕੁਦਰਤ ਦਾ ਇਨਸਾਫ, ਕੁਦਰਤੀ ਇਨਸਾਫ ਜਿਹੜਾ ਆ ਉਹ ਕਿਸੇ ਬੁੱਕਸ ਵਿੱਚ ਨਹੀਂ ਲਿਖਿਆ। ਮੈਜੋਰਿਟੀ ਫੈਸਲੇ ਹਾਇਰ ਕੋਰਟਸ ਦੇ ਵੀ ਲਾਅ ਆਫ ਨੈਚੁਰਲ ਜਸਟਿਸ ਦੇ ਧਿਆਨ 'ਚ ਰੱਖ ਕੇ ਹੁੰਦੇ ਆ। ਕਿਸੇ ਦੀ ਪੇ ਨਹੀਂ ਤੁਸੀਂ ਘਟਾ ਸਕਦੇ, ਕਿਸੇ ਦੀ ਤਨਖਾਹ ਨਹੀਂ ਘਟਾ ਸਕਦੇ। ਇੱਕ ਲਫ਼ਜ਼ ਹੈ ਪੇ ਪ੍ਰੋਟੈਕਸ਼ਨ। ਪੇ ਪ੍ਰੋਟੈਕਸ਼ਨ। ਕੋਈ ਬੰਦਾ ਆਪਣਾ ਡਿਪਾਰਟਮੈਂਟ ਛੱਡ ਕੇ ਵੀ ਕਿਸੇ ਪ੍ਰਾਈਵੇਟ ਅਦਾਰੇ 'ਚ ਵੀ ਜਾਂਦਾ ਹੈ ਨਾ, ਉਹ ਜੇ ਉੱਥੇ ਉਹਨੂੰ ਉਹ 'ਚ ਇੰਟਰਸਟਡ ਨੇ, ਉਹਨੂੰ ਲੈਣਾ ਚਾਹੁੰਦੇ ਨੇ, ਤਾਂ ਉਹ ਪੁੱਛਦੇ ਨੇ ਤੁਹਾਡੀ ਪੇ ਉੱਥੇ ਕਿੰਨੀ ਹੈ। ਜੇ ਉੱਥੇ ਪੇ ਉਨੀ ਪੇ ਨਾ ਵੀ ਦੇਣ ਦੇ ਸਮਰੱਥ ਹੋਣ, ਪੇ ਪ੍ਰੋਟੈਕਸ਼ਨ ਲਈ ਉਹਨਾਂ ਨੂੰ ਸਪੈਸ਼ਲ ਪ੍ਰੋਵੀਜ਼ਨ ਦੱਸਣਾ ਪੈਂਦਾ, ਕਿਉਂਕਿ ਇਹਦੀ ਪੇ ਪ੍ਰੋਟੈਕਟ ਕਰਨੀ ਹੈ ਜੀ। ਅਸੀਂ ਇਹਨੂੰ ਦੇ ਕੁਝ ਨਹੀਂ ਰਹੇ, ਪੁਰਾਣੀ ਪੇ ਪ੍ਰੋਟੈਕਟ ਕਰ ਰਹੇ ਹਾਂ। ਜੇ ਇਹਨਾਂ ਬੱਚਿਆਂ ਨੂੰ, ਇਹਨਾਂ ਮੁੰਡੇ ਕੁੜੀਆਂ ਨੂੰ ਰੈਗੂਲਰਾਈਜ਼ ਕੀਤਾ ਆ, ਤੁਸੀਂ ਇਹਨਾਂ ਨੂੰ ਇੱਕ ਇਨਕਰੀਮੈਂਟ ਤਾਂ ਦਿਓ। ਇਹ ਮੈਂ ਤਾਂ ਹੈਰਾਨ ਆ, ਇਹ ਬੱਚੇ ਵਿਚਾਰੇ ਕਿੱਦਾਂ ਇੰਨੀ ਦੇਰ ਤੋਂ ਸੰਘਰਸ਼ ਕਰ ਰਹੇ ਆ, ਹੋਰ ਕਰ ਰਹੇ ਆ। ਇਹਨਾਂ 'ਚ 60% ਹਰਪ੍ਰੀਤ ਜੀ ਲੜਕੀਆਂ ਆ। ਲੜਕੀਆਂ ਨਾਲ ਵਧੀਕੀ ਹੋ ਰਹੀ ਆ, ਮੁੰਡਿਆਂ ਨਾਲ ਵਧੀਕੀ ਹੋ ਰਹੀ ਆ, ਔਰ ਨਾਲ ਇਹਨਾਂ ਦੇ ਅਧਿਆਪਕ ਲੱਗਦਾ ਆ। ਤੁਸੀਂ ਇਹਨਾਂ ਨੂੰ ਰੈਗੂਲਰ ਕਰੋ, ਇਹਨਾਂ ਦੀ ਪੇ ਪ੍ਰੋਟੈਕਸ਼ਨ ਕਰੋ, ਨਾਲ ਇਹਨਾਂ ਨੂੰ ਕਹੋ ਪੇ ਤੁਹਾਡੀ ਕੋਈ ਪ੍ਰੋਵੀਜ਼ਨ ਨਹੀਂ ਹੈ, ਕਿਉਂਕਿ 10 ਸਾਲ ਤੁਹਾਡਾ ਕੰਮਕਾਜ ਦੇਖਿਆ ਹੋਇਆ ਸਰਕਾਰ ਨੇ। ਪਹਿਲਾਂ ਵੀ ਸਰਕਾਰੀ ਸੀ ਇਹ, ਪਾਕਿਸਤਾਨ 'ਚ ਨੌਕਰੀ ਨਹੀਂ ਸੀ ਕਰਦੇ, ਪੰਜਾਬ ਦੇ ਵਿੱਚ ਹੀ ਕਰਦੇ ਸੀਗੇ। ਤੇ ਤੁਹਾਨੂੰ ਇੱਕ ਇਨਕਰੀਮੈਂਟ ਜਿਹੜੀ ਆ ਐਡਵਾਂਸ। ਚਲੋ ਬਾਜਵਾ ਸਾਹਿਬ ਤੋਂ ਰਿਪਲਾਈ ਲੈ ਲਾਂ। ਹਾਂਜੀ ਬਾਜਵਾ ਸਾਹਿਬ, ਦੇਖੋ ਇਹ ਤੇ ਹੈ ਵੀ ਕ੍ਰਿਟਿਸਾਈਜ਼ ਫॉर द ਸੇਕ ਆਫ ਕ੍ਰਿਟਿਸਿਜ਼ਮ। ਮੈਂ ਇੱਕ ਗੱਲ ਇਹੋ ਹੀ ਕਹਿਣਾ ਚਾਹਨਾ ਵੀ ਜੇ ਸਰਕਾਰ ਨੇ ਇਹਨਾਂ ਦੀ ਮੰਗ ਪੂਰੀ ਕੀਤੀ ਹੈ,
ਸਾਡੇ ਤੇ ਮੰਗ ਪ੍ਰੋਬੇਸ਼ਨ ਟਾਈਮ ਤੇ 3 ਗਲਤ ਸਾਲ ਦਾ ਬੋਲ ਰਹੇ, ਹੀ ਹੈ। ਸਾਡੀ ਮੰਗ ਨਹੀਂ ਸੀ ਜੀ ਇਹਦੀ ਇਹ। ਕਿਹੜੀ ਗੱਲ ਆ ਗਈ, ਇਹਦੀ ਕਿਹੜਾ ਆਫਤ ਤੇ ਪਹਾੜ ਇਹ ਕਹਿੰਦੇ ਨੇ ਹੋ ਗਿਆ। ਮੈਂ ਇਹ ਗੱਲ ਸਮਝਦਾ ਵੀ within 3 years they will be getting the same pay what a regularized teacher is getting it। ਹਾਂ ਤਾਂ ਇਹਦੇ ਵਿੱਚ ਕੀ ਗੱਲ ਹੈ? ਬਾਜਵਾ ਸਾਹਿਬ ਇਹਨਾਂ ਦੀ ਵੀ ਤਾਂ ਸੁਣ ਲਓ। ਤੁਸੀਂ ਕਹਿ ਰਹੇ ਹੋ ਕਿ ਇਹਨਾਂ ਦੀ ਮੰਗ ਪ੍ਰਵਾਨ ਹੋ ਗਈ, ਇਹ ਤਾਂ ਕਹਿ ਰਹੇ ਕਿ ਸਾਡੀ ਇਹ ਮੰਗ ਹੀ ਨਹੀਂ ਸੀ ਜਿਹੜੀ ਤੁਸੀਂ ਪ੍ਰਵਾਨਗੀ ਦੀ ਗੱਲ ਕਰਦੇ ਹੋ। ਇਹਨਾਂ ਦੀ ਤਾਂ ਮੰਗ ਹੀ ਕੁਝ ਹੋਰ ਸੀ। ਇਹਨਾਂ ਦੀ ਤਾਂ ਮੰਗ ਇਹ ਸੀ ਕਿ ਸਾਨੂੰ ਰੈਗੂਲਰ ਕੀਤਾ ਜਾਵੇ, ਜਿੰਨੀ ਤਨਖਾਹ ਅਸੀਂ ਹੁਣ ਲੈ ਰਹੇ ਹਾਂ ਉਨੀ ਤਨਖਾਹ ਦੇ ਵਿੱਚ। ਇਹਨਾਂ ਦੀ ਵੈਸੇ ਤਾਂ ਮੰਗ ਸੀ ਕਿ ਵੱਧ ਤਨਖਾਹ, ਪਰ ਵੱਧ ਨਹੀਂ ਤਾਂ ਘੱਟੋ ਘੱਟ ਉਸ ਤਨਖਾਹ ਦੇ ਵਿੱਚ ਰੈਗੂਲਰ ਕੀਤਾ ਜਾਵੇ ਜੋ ਲੈ ਰਹੇ ਨੇ। ਅਸੀਂ ਉਹਨਾਂ ਨੂੰ ਕਹਿ ਰਹੇ ਹਾਂ ਕਿ ਆਪਣੀ ਤਨਖਾਹ ਦਾ 60 ਤੋਂ 70% ਹਿੱਸਾ ਛੱਡ ਦਿਓ ਜੇ ਤੁਸੀਂ ਰੈਗੂਲਰ ਹੋਣਾ, ਜੇ ਨਹੀਂ ਹੋਣਾ ਤਾਂ ਤੁਸੀਂ ਉਹ ਤਨਖਾਹ ਲਈ ਜਾਓ। ਆਫਟਰ ਆਲ ਇਹ ਟੀਚਰਸ ਯੂਨੀਅਨਸ ਨੇ ਸਰਕਾਰ ਦੇ ਨੁਮਾਇੰਦਿਆਂ ਨਾਲ ਮਿਲ ਕੇ ਤੇ ਫੈਸਲਾ ਜੇ ਕੀਤਾ ਹੈ। ਬਿਲਕੁਲ ਨਹੀਂ ਜੀ, ਗਲਤ ਗੱਲ ਹੈ। ਬਿਲਕੁਲ ਗਲਤ ਪ੍ਰਚਾਰ ਹੈ। ਪ੍ਰਧਾਨ ਹੀ ਬੈਠੇ ਹੈ ਜਨਾਬ ਬਿਲਕੁਲ ਇੱਥੇ। ਗਲਤ ਇਹ ਪ੍ਰਚਾਰ ਫੈਸਲਾ ਹੈ। ਸਰਕਾਰ ਨੇ ਐਵੇਂ ਤੇ ਨਹੀਂ ਕਰਤਾ। ਆਫਟਰ ਆਲ ਟੀਚਰਸ ਯੂਨੀਅਨਸ ਜੀ ਬਿਲਕੁਲ ਇਹ ਮੈਂ ਇੱਥੇ ਇਹ ਗੱਲ ਰੱਖਣਾ ਚਾਹਣਾ ਮੈਂ ਐਜੂਕੇਸ਼ਨ ਮਿਨਿਸਟਰ ਸਾਹਿਬ ਦੇ ਘਰ ਇਹਨਾਂ ਦੀ ਯੂਨੀਅਨਸ ਦੇ ਮੈਂ ਟੀਚਰਸ ਦੇਖੇ ਨੇ ਜਿਹੜੇ ਕਹਿੰਦੇ ਨੇ ਵੀ ਬਹੁਤ ਵਧੀਆ ਫੈਸਲਾ ਹੈ। ਨਹੀਂ ਜੀ ਨਹੀਂ, ਕੋਈ ਵੀ ਅਜਿਹੀ ਯੂਨੀਅਨ ਨਹੀਂ ਹੈਗੀ, ਕੋਈ ਵੀ ਯੂਨੀਅਨ ਅਜਿਹੀ ਨਹੀਂ ਹੈਗੀ ਜਿਹੜਾ ਇਸ ਚੀਜ਼ ਨੂੰ ਸਪੋਰਟ ਕਰੂਗੀ ਵੀ ਤੁਸੀਂ 65% ਤਨਖਾਹ ਘਟਾ ਦਿਓ ਤੇ ਰੈਗੂਲਰ ਕਰਨ ਦੀ ਜਿੱਥੇ ਤੱਕ ਗੱਲ ਆ ਇੱਥੇ ਗੱਲ ਕੀਤੀ ਗਈ ਆ ਕਿ ਸਾਨੂੰ ਖੁਸ਼ ਹੋਣਾ ਚਾਹੀਦਾ। ਦੇਖੋ ਜੀ, ਇਸ ਤਰ੍ਹਾਂ ਜੇ 65% ਸਾਡੀ ਤਨਖਾਹ ਘਟਾਈ ਜਾਊਗੀ ਤੇ ਉਸ ਤੋਂ ਬਾਅਦ ਜਿੱਥੇ ਤੱਕ ਪੈਨਸ਼ਨ ਦੀ ਗੱਲ ਆ, ਪੈਨਸ਼ਨ ਇੱਥੇ ਹਰਦੀਪ ਜੀ ਨੇ ਪਹਿਲਾਂ ਹੀ ਦੱਸ ਦਿੱਤਾ ਕਿ 2004 ਤੋਂ ਬਾਅਦ ਕੋਈ ਪੈਨਸ਼ਨ ਨਹੀਂ ਹੈਗੀ। ਪੈਨਸ਼ਨ ਕਿਸੇ ਵੀ ਮੁਲਾਜ਼ਮ ਦੀ ਜੇ ਤੈਅ ਕਰਦਾ ਤਾਂ ਬਾਜ਼ਾਰ ਤੈਅ ਕਰਦਾ, ਮਾਰਕੀਟ ਤੈਅ ਕਰਦੀ ਆ। ਨਿਊ ਪਾਲਿਸੀ ਜਿਹੜੀ ਹੈ, ਹਾਂਜੀ, ਨਿਊ ਜੋ ਪੈਨਸ਼ਨ ਪਾਲਿਸੀ ਹੈਗੀ ਆ। ਦੂਸਰੀ ਗੱਲ ਮੈਂ ਇੱਥੇ ਗੱਲ ਇਹ ਵੀ ਰੱਖਣਾ ਚਾਹੂੰਗਾ, ਇੱਕ ਬਹੁਤ ਵੱਡੀ ਤਰਾਸਦੀ ਆ ਪੰਜਾਬ ਦੀ ਕਿ 30,000 ਅਧਿਆਪਕ ਆ ਜਿਹੜਾ ਉਹ ਕੰਟਰੈਕਟ ਤੇ ਆ। ਇੱਕ ਮਿੰਟ ਜੀ, 30,000 ਅਧਿਆਪਕ ਕੰਟਰੈਕਟ ਤੇ ਆ। ਇੱਥੇ ਗੱਲ ਕੀਤੀ ਗਈ ਕਿ 3 ਸਾਲ ਕਿਉਂ ਨਹੀਂ ਵੇਟ ਕਰ ਸਕਦੇ। ਦੇਖੋ ਜੀ, ਮੈਂ ਪਿਛਲੇ 6 ਮਹੀਨੇ ਦੀਆਂ 3-4 ਘਟਨਾਵਾਂ ਤੁਹਾਡੇ ਨਾਲ ਸਾਂਝੀਆਂ ਕਰਨਾ ਚਾਹੁੰਦਾ। ਉਸ ਦੇ ਵਿੱਚ ਕੱਲ ਇੱਕ ਲੇਟੈਸਟ ਘਟਨਾ ਹੋਈ ਆ। ਇੱਕ ਹਰਜਿੰਦਰ ਸਿੰਘ ਅਧਿਆਪਕ ਨੇ ਪਿਛਲੇ 5 ਸਾਲਾਂ ਤੋਂ ਕੰਟਰੈਕਟ ਤੇ ਸੀ। ਉਹਨਾਂ ਦੀ ਸੇਵਾਵਾਂ ਇਸ ਕਰਕੇ ਰੈਗੂਲਰ ਨਹੀਂ ਕੀਤੀਆਂ ਗਈਆਂ ਕਿ ਉਹਨਾਂ ਦੀ ਜਿਹੜੀ ਡਿਗਰੀ ਸੀ ਉਹ ਬਾਹਰਲੀ ਯੂਨੀਵਰਸਿਟੀ ਤੋਂ ਪਾਸ ਕੀਤੀ ਹੋਈ ਸੀ। ਤਾਂ ਉਹ ਪਿਛਲੇ 5-6 ਸਾਲ ਤੋਂ 10,300 ਦੇ ਉੱਪਰ ਕੰਟਰੈਕਟ ਤੇ ਨੌਕਰੀ ਕਰ ਰਹੇ ਨੇ। ਤਾਂ ਉਹਨਾਂ ਦੀ ਕੱਲ ਹਾਰਟ ਅਟੈਕ ਨਾਲ ਮੌਤ ਹੋ ਗਈ। ਤਾਂ ਜੀ ਹੁਣ ਤੁਸੀਂ ਦੱਸੋ, ਜੇ 3 ਸਾਲਾਂ ਦੌਰਾਨ ਕਿਸੇ ਕੰਟਰੈਕਟ ਵਾਲੇ ਅਧਿਆਪਕ ਦੀ ਕੋਈ ਉਹਦੇ ਨਾਲ ਕੋਈ ਅਣਹੋਣੀ ਹੁੰਦੀ ਆ, ਦੁਰਘਟਨਾ ਹੁੰਦੀ ਆ, ਤਾਂ ਇਹ 3 ਸਾਲਾਂ ਦੇ ਦੌਰਾਨ ਨਾ ਤਾਂ ਉਸ ਨੂੰ ਐਕਸਗ੍ਰੇਸ਼ੀਆ ਮਿਲਣਾ, ਨਾ ਸਰਕਾਰ ਵੱਲੋਂ ਕੋਈ ਹੋਰ ਸਹਾਇਤਾ ਮਿਲਣੀ ਆ, ਨਾ ਕੋਈ ਪੈਨਸ਼ਨ ਮਿਲਣੀ ਆ। 3 ਸਾਲ ਦਾ ਮਤਲਬ ਕੀ ਆ? 3 ਸਾਲ ਦਾ ਮਤਲਬ ਆ ਵੀ ਲਗਭਗ 1000 ਦਿਨ ਨੇ। ਤਾਂ ਕੀ ਸਰਕਾਰ ਇਸ ਗੱਲ ਦੀ ਗਾਰੰਟੀ ਲੈਂਦੀ ਆ ਕਿ ਜੇ ਕੋਈ ਅਣਹੋਣੀ ਹੁੰਦੀ ਆ ਤਾਂ ਜ਼ਿੰਮੇਵਾਰੀ ਲਏਗੀ? ਇੱਕ ਛੋਟਾ ਜਿਹਾ ਬ੍ਰੇਕ ਲੈ ਲਾ। ਮੁੱਦੇ ਬਹੁਤ ਨੇ ਇੱਥੇ, ਗੱਲਾਂ ਬੜੀਆਂ ਹੋਣੀਆਂ ਜ਼ਰੂਰੀ ਨੇ। ਇੱਕ ਛੋਟਾ ਜਿਹਾ ਬ੍ਰੇਕ ਲੈਣਾ, ਬ੍ਰੇਕ ਤੋਂ ਬਾਅਦ ਜਲਦ ਹਾਜ਼ਰ ਹੋਣੇ। ਬ੍ਰੇਕ ਤੋਂ ਬਾਅਦ ਦਰਸ਼ਕਾਂ ਦਾ ਇੱਕ ਵਾਰ ਫਿਰ ਤੋਂ ਸਵਾਗਤ ਹੈ। ਸਾਡੀ ਵਿਚਾਰ ਚਰਚਾ ਜਾਰੀ ਹੈ ਔਰ ਜਿਹੜਾ ਅਧਿਆਪਕਾਂ ਦਾ ਰੌਲਾ ਹੈ, SSA ਤੇ ਰਮਸਾ ਅਧਿਆਪਕਾਂ ਨੂੰ ਪੰਜਾਬ ਸਰਕਾਰ ਨੇ ਰੈਗੂਲਰ ਕਰਨ ਦਾ ਮਨ ਤਾਂ ਬਣਾ ਲਿਆ, ਪਰ 2 ਸ਼ਰਤਾਂ ਨੇ। 3 ਸਾਲ ਪ੍ਰੋਬੇਸ਼ਨ ਪੀਰੀਅਡ ਦੇ ਵਿੱਚ ਇਹਨਾਂ ਨੂੰ ਕੰਮ ਕਰਨਾ ਪਏਗਾ ਤੇ ਤਨਖਾਹ ਇਹਨਾਂ ਦੀ 15,000 ਰੁਪਏ ਨਿਯਤ ਕੀਤੀ ਗਈ ਹੈ। ਬਾਜਵਾ ਸਾਹਿਬ ਵੀ ਸਾਡੇ ਨਾਲ ਜੁੜੇ ਹੋਏ ਨੇ, ਹੋਰ ਖਾਸ ਮਹਿਮਾਨ ਵੀ ਜੁੜੇ ਹੋਏ ਨੇ। ਬਾਜਵਾ ਸਾਹਿਬ, ਇੱਕ ਸਵਾਲ ਦਾ ਜਵਾਬ ਮੈਂ ਜ਼ਰੂਰ ਜਾਣਨਾ ਚਾਹਨਾ। ਇਹਦੇ ਪਿੱਛੇ ਮੈਨੂੰ ਥੋੜਾ ਜਿਹਾ ਕਲੈਰਿਟੀ ਕਰੋ ਕਿ ਇਹ ਜਿਹੜੀ ਸਕੀਮ ਤੁਸੀਂ ਦੱਸ ਰਹੇ ਹੋ ਕਿ 15,000 ਰੁਪਏ ਤਨਖਾਹ ਦਿੱਤੀ ਜਾਏਗੀ ਔਰ 3 ਸਾਲ ਦਾ ਪ੍ਰੋਬੇਸ਼ਨ ਪੀਰੀਅਡ ਹੋਏਗਾ, ਕੀ ਸਰਕਾਰ ਦੇ ਕੋਲ ਖਜ਼ਾਨਾ ਖਾਲੀ ਹੈ, ਪੈਸੇ ਨਹੀਂ ਨੇ ਇਹਨਾਂ ਨੂੰ ਪੂਰੀ ਤਨਖਾਹ ਦੇਣ ਦੇ, ਇਹ ਗੱਲ ਕਰਕੇ ਰੱਖਿਆ ਗਿਆ, ਜਾਂ ਫਿਰ ਤੁਸੀਂ ਇਹਨਾਂ ਨੂੰ ਚੈੱਕ ਕਰਨਾ ਚਾਹੁੰਦੇ ਹੋ 3 ਸਾਲ ਹੋਰ ਕਿ ਇਹ ਵਾਕਈ ਅਧਿਆਪਕ ਬਣਨ ਦੇ ਲਾਇਕ ਹੈ ਨੇ ਜਾਂ ਨਹੀਂ ਨੇ? ਦੇਖੋ, ਇਹ ਜਿੱਥੋਂ ਤੱਕ ਖਜ਼ਾਨੇ ਦੀ ਗੱਲ ਹੈ ਤੇ ਖਜ਼ਾਨਾ ਮੰਤਰੀ ਹੀ ਦੱਸਣਗੇ। ਖਜ਼ਾਨੇ ਸਰਕਾਰਾਂ ਦੇ ਕਦੀ ਖਾਲੀ ਨਹੀਂ ਹੁੰਦੇ। ਔਰ ਨੰਬਰ 2, ਜਿਹੜੀ ਤੁਸੀਂ ਗੱਲ, ਬੜੀ ਖੁਸ਼ੀ ਦੀ ਗੱਲ ਹੈ ਕਿ ਮੈਂ ਪਹਿਲਾ ਕਾਂਗਰਸ ਦਾ ਜਿਹਾ ਵਿਧਾਇਕ ਦੇਖਿਆ ਜਿਹਨੇ ਕਿਹਾ ਕਿ ਖਜ਼ਾਨਾ ਖਾਲੀ ਨਹੀਂ ਹੈ। ਪੀਰੀਅਡ ਹੈ, ਤਨਖਾਹ ਤੇ ਇਹਨਾਂ ਨੂੰ 3 ਸਾਲਾਂ ਬਾਅਦ ਦੇ, ਬਿਲਕੁਲ ਖਜ਼ਾਨੇ ਕਦੀ ਸਰਕਾਰਾਂ ਦੇ ਖਾਲੀ ਥੋੜਾ ਹੁੰਦੇ ਨੇ। ਤੇ ਨੰਬਰ 2, ਮੈਂ ਇਹ ਗੱਲ ਕਹਿਣਾ ਚਾਹਨਾ ਵੀ ਇਹ ਇੱਕ ਪ੍ਰੋਬੇਸ਼ਨ ਪੀਰੀਅਡ ਹੈ ਕਿ ਇਹਦੇ ਵਿੱਚ ਵਾਏ ਹਿਊ ਐਂਡ ਕਰਾਏ। ਜੇ ਮੈਂ ਇਹ ਗੱਲ ਕਰਨਾ ਵੀ ਜੇ ਇਹਨਾਂ ਨੂੰ 3 ਸਾਲਾਂ ਬਾਅਦ ਉਹ ਤਨਖਾਹ ਮਿਲੇਗੀ
ਤੇ ਫਿਰ ਕੀ ਉਹਦੇ ਵਿੱਚ ਕੀ ਇੰਨੀ ਪ੍ਰੋਬਲਮ ਆ ਗਈ ਹੈ? ਵਾਈ ਆਰ ਦੇ ਮੇਕਿੰਗ ਜੇ ਰੈਗੂਲਰਾਈਜ਼ ਹੋ ਗਏ ਨੇ ਮੇਰਾ ਸਵਾਲ ਕੁਛ ਹੋਰ ਹੈ। ਮੇਰਾ ਸਵਾਲ ਇਹ ਹੈ ਕਿ ਜੋ 10 ਸਾਲਾਂ ਚ ਪਰਖਿਆ ਨਹੀਂ ਗਿਆ ਉਹ 3 ਸਾਲਾਂ ਚ ਪਰਖਿਆ ਜਾਏਗਾ। ਹੁਣ ਕਿਸੇ ਨੂੰ ਕੋਈ ਬਿਮਾਰ ਹੋ ਕੇ, ਸੁਣੋ ਮੇਰੀ ਇੱਕ ਗੱਲ ਸੁਣੋ ਮੇਰੇ ਵੀਰ, ਇੱਕ ਸੈਕਿੰਡ ਦੇਖੋ, ਗਵਰਨਮੈਂਟ ਨੇ ਜਿਹੜੀ ਸਰਕਾਰ ਨੇ ਆਪਣੇ ਪੈਰਾਮੀਟਰਸ ਫਿਕਸ ਕੀਤੇ ਹੋਣਗੇ। ਜਿਹੜੇ ਟੀਚਰਸ ਨੇ ਪੜ੍ਹਾਉਣਾ ਹੈ they have to perform ਹਰ ਬੰਦੇ ਨੇ ਪਰਫਾਰਮੈਂਸ ਦੇ ਬੇਸਿਸ ਦੇ ਉੱਤੇ ਹੀ। ਜੇ ਇਹਨਾਂ ਨੂੰ ਇਹਦੇ ਵਿੱਚ ਕੀ ਕਿਸੇ ਨੂੰ ਮੇਰੇ ਹਿਸਾਬ ਨਾਲ ਤੇ ਕੋਈ ਫਰਕ ਨਹੀਂ, ਤਨਖਾਹ ਪੂਰੀ ਮਿਲਣੀ ਚਾਹੀਦੀ ਹੈ, ਬਾਜਵਾ ਸਾਹਿਬ ਚਾਹੇ ਉਹਨਾਂ ਦੇ 3 ਸਾਲ ਬਾਅਦ ਤੁਸੀਂ 70% ਤਨਖਾਹ ਕੱਟ ਕੇ ਕਹਿ ਰਹੇ ਹੋ ਇਹਦੇ ਵਿੱਚ ਫਰਕ ਕੀ ਪੈਂਦਾ ਹੈ? ਗਵਰਨਮੈਂਟ ਇਜ਼ ਨਾਟ ਗੋਇੰਗ ਟੂ ਗੋ ਬੈਕ ਔਨ ਇਟ। ਮਤਲਬ ਗਵਰਨਮੈਂਟ ਇਜ਼ ਨਾਟ ਟੂ ਗੋ ਬੈਕ ਔਨ ਇਟ। ਇੱਕ ਹੋਰ ਗੱਲ ਸੁਣ ਲਓ, 1.5 ਸਾਲ ਤੁਹਾਡੀ ਸਰਕਾਰ ਨੂੰ ਹੋ ਗਿਆ, 3 ਸਾਲ ਤੁਸੀਂ ਹੋਰ ਇਹਨਾਂ ਨੂੰ ਕਹਿ ਰਹੇ ਹੋ, ਯਾਨੀ ਲਗਭਗ 4.5 ਸਾਲ ਬਾਅਦ ਚੋਣ ਜਾਬਤਾ ਲੱਗ ਜਾਣਾ, ਨਵੀਂ ਸਰਕਾਰ ਆ ਜਾਏਗੀ ਜਾਂ ਤੁਹਾਡੀ ਸਰਕਾਰ ਆ ਜਾਏਗੀ, ਫਿਰ ਪਤਾ ਨਹੀਂ ਕਿਹੜੇ ਰਾਜੇ ਦੀ ਪ੍ਰਜਾ ਹੋਣੀ ਹੈ। ਇਹਨਾਂ ਦਾ ਭਵਿੱਖ ਤਾਂ ਹਲੇ ਵੀ ਧੁੰਦਲੇ 'ਚ ਹੀ ਹੈ। ਫਿਰ ਵੈਸੇ ਵੀ ਇਹ ਪੋਸੀਬਲ ਨਹੀਂ ਹੈ। ਇਹਦੇ 'ਚ ਮੈਂ ਕੁਝ ਗੱਲ ਸਰਕਾਰ ਦੀਆਂ ਜਿਹੜੀਆਂ ਕਮਿਟਮੈਂਟਸ ਹੁੰਦੀਆਂ ਨੇ ਉਹ ਕਦੀ ਧੁੰਦਲੀਆਂ ਨਹੀਂ ਹੁੰਦੀਆਂ। ਇਹ ਕਮਿਟਮੈਂਟ ਤੇ ਮਾਰੇ ਨੇ ਜੀ, ਪਿਛਲੀ ਸਰਕਾਰ ਨੇ ਵੀ ਇਹਨਾਂ ਨੇ ਕਮਿਟਮੈਂਟ ਹੀ ਕੀਤੀ ਸੀ, ਐਂਡ ਜਦੋਂ ਇਹਨਾਂ ਨੇ ਰੈਗੂਲਰ ਹੋਣਾ ਸੀ ਤਾਂ ਜਾ ਕੇ ਇਹ ਸਾਰਾ ਕੁਝ ਹੋ ਗਿਆ। ਚਲੋ ਮੈਂ 1 ਮਿੰਟ ਵਾਪਸ ਆਣਾ ਤੁਹਾਡੇ ਕੋਲ। ਹਾਂਜੀ ਹਰਪ੍ਰੀਤ, ਜਦੋਂ ਜਿਹੜਾ ਵੀ ਮੁੰਡਾ ਜਾਂ ਕੁੜੀ ਪਿਛਲੀ ਸਰਕਾਰ ਵਾਲੇ ਤੁਹਾਡੇ ਨਾਲ ਹੀ ਬੈਠੇ ਨੇ, ਉਹਨਾਂ ਤੋਂ ਹੀ ਪੁੱਛਣਾ ਹੈ, ਇਸ ਲਈ ਮੈਂ ਇਸ਼ਾਰਾ ਦੇ ਨਾਲ ਹੀ ਬੈਠੇ ਆ, ਜਿਨ੍ਹਾਂ ਨੂੰ ਪੁੱਛੋ। ਜਿਹੜੇ ਫਾਈਨੈਂਸ਼ੀਅਲੀ ਬਹੁਤ ਸਾਊਂਡ ਨੇ, ਪੈਸਾ ਸਾਂਭਿਆ ਨਹੀਂ ਜਾਂਦਾ, ਉਹਨਾਂ ਲਈ ਤਾਂ ਬਾਜਵਾ ਸਾਹਿਬ ਦੀ ਜਿਹੜੀ ਕਹੀ ਹੋਈ ਗੱਲ ਹੈ ਉਹ ਢੁੱਕਦੀ ਹੈ ਵੀ ਉਹ ਮਤਲਬ ਸਬਰ ਕਰ ਲੈਣ, ਦਾਨ ਕਰ ਦੇਣ ਸਰਕਾਰ ਨੂੰ, ਆਪਣੀ ਬਾਕੀ ਤਨਖਾਹ 10,500 ਹੀ ਲਿਆ ਕਰਨ, ਜਿੱਦਾਂ ਬਾਦਲ ਸਾਹਿਬ ਨੇ ਪਹਿਲਾਂ ਕਿਹਾ ਸੀ ਮੈਂ 1 ਰੁਪਈਆ ਤਨਖਾਹ ਲਿਆ ਕਰਨੀ ਆ। ਮਤਲਬ ਮੈਨੂੰ ਹਰਪ੍ਰੀਤ ਜੀ, ਮੈਂ ਇਕਨੋਮਿਕਸ ਦੀ PhD, ਚਲੋ ਮੈਨੂੰ ਡਿਗਰੀ ਨਹੀਂ ਸੀ ਮਿਲੀ, ਪੁਲਿਸ ਦੀ ਪ੍ਰੋਬਲਮ ਆ ਗਈ ਸੀਗੀ, ਮੈਂ PhD ਕੀਤੀ ਹੋਈ ਹੈ ਇਕਨੋਮਿਕਸ ਦੇ ਵਿੱਚ। ਮਤਲਬ ਡਿਗਰੀ ਨਹੀਂ ਮਿਲੀ, MSc ਤਾਂ ਹੈਗੀ ਹੈ ਨਾ। ਇਕਨੋਮਿਕਸ ਦਾ ਲਾਅ ਹੈ ਕਿਸੇ ਵੀ ਕਾਰਨ ਕਰਕੇ ਇਨਕਮ ਘਟ ਜਾਵੇ, ਜਿਹੜਾ ਕੰਜ਼ੰਪਸ਼ਨ ਲੈਵਲ ਹੈ ਨਾ ਕਿਸੇ ਵੀ ਇੰਡੀਵਿਜੂਅਲ ਦਾ, ਲਾਅ ਮੈਂ ਕਹਿ ਰਿਹਾ ਇਕਨੋਮਿਕਸ ਦਾ, ਉਹ ਇਨਕਮ ਦੇ ਨਾਲ ਨਹੀਂ ਘਟਦਾ, ਇਨਕਮ ਵਧਣ ਨਾਲ ਵਧੀ ਜਾਂਦਾ ਆ, ਪਰ ਜਦੋਂ ਇਨਕਮ ਘਟਦੀ ਆ ਉਹ ਘਟਦਾ ਨਹੀਂ ਹੈ। ਇਹ ਕਾਰਨ ਸੁਸਾਈਡ ਦਾ ਵੀ ਬਣਦਾ ਆ, ਕਿਉਂਕਿ ਉਹ ਥੋੜਾ ਘਟਦਾ ਹੈ ਇਨਕਮ ਨਾਲੋਂ। ਇਹ ਬੱਚਿਆਂ ਨੇ ਜਿਨ੍ਹਾਂ ਨੇ 42,800 ਜਿਹੜੇ ਲੈਂਦੇ ਸੀਗੇ, ਉਹ ਇਦਾਂ ਨਹੀਂ ਹੈ ਵੀ ਬਾਕੀ ਜਮ੍ਹਾਂ ਕਰੀ ਜਾਂਦੇ ਸੀ, 10 ਸਾਲ ਜਮ੍ਹਾਂ ਕਰਦੇ ਰਹੇ ਆ, ਕਿਉਂਕਿ ਸਰਕਾਰ ਨੇ ਤਨਖਾਹ ਕੱਟਣੀ ਆ, ਉਦੋਂ 3 ਸਾਲ ਗੁਜ਼ਾਰਾ ਕਰ ਲਾਂਗੇ। 3 ਸਾਲ ਕਿੱਦਾਂ ਵੇਟ ਕਰਨ? ਕਿਸੇ ਨੇ ਕੋਈ ਆਪਣੀ ਮਰੂਤੀ 800 ਲੈ ਲਈ, ਕਿਸੇ ਨੇ ਜ਼ੈਨ ਕਾਰ ਲੈ ਲਈ, ਕਿਸੇ ਨੇ ਕੋਈ ਆਪਣਾ ਘਰ ਲੈ ਲਿਆ, ਲੋਨ ਸ਼ੋਨ ਲਏ ਹੋਏ ਆ ਸਾਰਿਆਂ ਨੇ। 3 ਸਾਲ ਇਹਨਾਂ ਦੀਆਂ ਕਿਸ਼ਤਾਂ ਕਿਹਨੇ ਦੇਣੀਆਂ? ਨਾਲੇ 10-15 ਹਜ਼ਾਰ 'ਚ ਮੈਨੂੰ ਗੁਜ਼ਾਰਾ ਹੀ ਕਰਕੇ ਦਿਖਾ ਦਿਓ, ਗੁਜ਼ਾਰਾ ਕਰਕੇ ਦਿਖਾ ਦੇਵੇ ਕੋਈ ਵੀ ਟੱਬਰ। ਜੇ ਕੋਈ ਮੁੰਡਾ ਕੁੜੀ ਦੋਨੇ ਵਿਆਹੇ ਵੀ ਹੋਏ ਆ, 15-15 ਦੋਨੇ ਵੀ ਲੈਂਦੇ ਆ, ਤਾਂ ਵੀ ਮੈਨੂੰ 30,000 'ਚ ਗੁਜ਼ਾਰਾ ਕਿਸੇ ਦਾ, ਇਸ ਲੈਵਲ ਦੇ ਮੁੰਡੇ ਕੁੜੀਆਂ ਦਾ ਗੁਜ਼ਾਰਾ ਦੱਸ ਦਿਓ ਕਿੱਦਾਂ ਹੋਊਗਾ? ਕੋਈ ਵੀ ਤਰਕ ਨਹੀਂ ਹੈ। ਬਾਜਵਾ ਸਾਹਿਬ ਤਾਂ ਇਦਾਂ ਕਹਿ ਰਹੇ 3 ਸਾਲ ਵੇਟ ਕਰ ਲੈਣ। ਹਾਂ, ਇੱਕ ਕੇਸ ਵਿੱਚ ਇਹ ਪੋਸੀਬਲ ਹੈ, ਜਿਹੜੇ ਰਿਸ਼ਵਤ ਵਾਲੇ ਅਹੁਦੇ ਆ, ਜਿਹੜੇ ਸਰਕਾਰਾਂ ਨਾਲ ਰਲ ਕੇ ਕਮਾਈ ਕਰਦੇ ਆ, ਉਹਨਾਂ ਲਈ ਠੀਕ ਹੈ, ਕਿਉਂਕਿ ਰਿਸ਼ਵਤ ਤਨਖਾਹ ਨਾਲੋਂ ਕਈ ਗੁਣਾ ਆਈ ਜਾਣੀ ਆ। ਇੱਥੇ ਅਫਸਰ 3-3 ਲੱਖ ਦੀ ਰੋਜ਼ਾਨਾ ਰਿਸ਼ਵਤ ਵੀ ਲੈਂਦੇ ਆ। ਪੋਲੀਟੀਸ਼ੀਅਨ ਦੀ ਰਿਸ਼ਵਤ ਦੀ ਅਜੇ ਮੈਂ ਗੱਲ ਨਹੀਂ ਕਰਦਾ। IAS ਅਫਸਰ, IPS ਮੈਂ ਸਾਰੇ ਨਹੀਂ ਕਹਿੰਦਾ, ਬਹੁਤ ਵਧੀਆ ਨੇ IPS ਅਫਸਰ, ਮੈਂ ਪਹਿਲਾਂ ਕਹਿੰਦਾ IAS ਅਫਸਰ ਵੀ ਬਹੁਤ ਵਧੀਆ ਨੇ, ਪਰ ਜਿਹੜੇ ਰਿਸ਼ਵਤ ਲੈਂਦੇ ਆ ਨਾ, ਉਹ ਇੱਕ ਦੂਜੇ ਨੂੰ ਮਾਮੂਲੀ ਕਰੋੜਪਤੀ ਕਹਿੰਦੇ ਆ। ਇਹ ਆਹ ਢਾਂਚੇ ਦਾ ਹਾਲ ਹੋਇਆ ਮਤਲਬ ਇਹ ਬਿਲਕੁਲ ਹੀ ਵਾਜਬ ਨਹੀਂ ਹੈਗਾ ਵੀ ਇਦਾਂ ਮੁੰਡਿਆਂ ਨੂੰ ਕਹਿਣਾ 3 ਸਾਲ ਵੇਟ ਕਰੋ, 3 ਸਾਲ ਰੋਟੀ ਨਾ ਖਾਣ, 3 ਸਾਲ ਬੱਚਿਆਂ ਨੂੰ ਐਜੂਕੇਸ਼ਨ ਨਾ ਦੇਣ। ਇਹਨਾਂ ਦੀ 40 ਸਾਲ 45 ਸਾਲ ਦੇ ਹੋ ਗਏ ਆ, ਅਜੇ ਇਹਨਾਂ ਦਾ ਸੰਘਰਸ਼ ਖਤਮ ਹੀ ਨਹੀਂ ਹੋਣਾ ਵੀ ਇਹ ਭੁੱਖੇ ਰਹਿਣ ਜਾਂ ਬੱਚਿਆਂ ਨੂੰ ਨਾ ਪੜਾਉਣ। ਕੀ ਕਰਨ ਇਹ ਕੋਈ ਇਹਨਾਂ ਦੀ 20 22 28 ਸਾਲ ਦੀ ਉਮਰ ਨਹੀਂ ਹੈ। ਮੈਜੋਰਿਟੀ ਆਫ them are above 35। this is very unfortunate। 10 ਸਾਲ ਇਹਨਾਂ ਨੇ ਪਹਿਲਾਂ ਸਟਰਗਲ ਕੀਤੀ ਆ, ਹੁਣ ਰੈਗੂਲਰ ਕੀਤਾ ਤਾਂ ਕਹਿੰਦੇ ਤਨਖਾਹ ਤੁਹਾਡੀ 10,000 15,000। ਦੇਖੋ ਜੀ 65% ਤੋਂ 75% ਤੱਕ ਘਾਟਾ ਆ, ਤਸ਼ੱਦਦ ਹੈ, ਕਰੂਅਲਿਟੀ ਹੈ। ਯੂਨੀਅਨਸ ਵਾਲਿਆਂ ਨਾਲ ਹੀ ਮਿਲ ਕੇ ਜੋ ਯੂਨੀਅਨ ਵਾਲੇ ਮਿਲੇ ਨੇ ਉਹਨਾਂ ਨਾਲ ਹੀ ਜਵਾਬ ਦੇਣਾ ਚਾਹਾਂਗੇ। ਹਾਂ, ਉਹਨਾਂ ਦੇ ਨਾਲ ਹੀ ਆ ਅਸੀਂ ਜੀ। ਇਸ ਚੀਜ਼ ਦਾ ਜਵਾਬ ਸਾਡੇ ਤੋਂ ਲੈ ਲਓ। ਨਹੀਂ, ਪਰ ਇਹ ਗੱਲ ਕਿਉਂ ਆਂਦੀ ਹੈ ਡਾਕਟਰ ਜੀ, ਵਾਰ-ਵਾਰ ਆਂਦੀ ਹੈ ਕਿ ਕੁਝ ਯੂਨੀਅਨ ਵਾਲੇ ਮੰਨਦੇ ਨੇ ਕਿ ਚਲੋ ਰੈਗੂਲਰ ਕਰਤਾ, ਰੈਗੂਲਰ ਤਾਂ ਕੀਤਾ ਨਾ, ਤਨਖਾਹਾਂ ਘੱਟ ਨੇ, ਸਾਨੂੰ ਮਨਜ਼ੂਰ ਹੈ। ਜੇ ਤੁਹਾਡੇ 'ਚ ਖੁਦ 'ਚ ਏਕਤਾ ਹੈ ਨਹੀਂ ਹੈ, ਤੁਸੀਂ ਸਰਕਾਰ ਤੋਂ ਸਵਾਲ ਕਿਵੇਂ ਕਰ ਸਕਦੇ ਹੋ? ਦੇਖੋ ਜੀ, 26 ਜਥੇਬੰਦੀਆਂ ਦਾ ਸਾਂਝਾ ਅਧਿਆਪਕ ਮੋਰਚਾ ਬਣਿਆ ਹੋਇਆ, ਜਿਹਦੇ ਵਿੱਚੋਂ ਇੱਕ ਸਾਡੀ ਵੀ ਹੈਗੀ ਹੈ ਜੀ, ਤੇ ਉਸ ਸਾਂਝੇ ਅਧਿਆਪਕ ਮੋਰਚੇ ਨਾਲ 27 ਅਪ੍ਰੈਲ ਨੂੰ ਮੁੱਖ ਮੰਤਰੀ ਸਾਹਿਬ ਬੈਠਦੇ ਨੇ
ਤੇ ਕਹਿੰਦੇ ਨੇ ਤੁਹਾਡੀਆਂ ਸਾਰੀਆਂ ਮੰਗਾਂ ਜੋ ਮੰਗ ਪੱਤਰ ਦੇ ਵਿੱਚ ਨੇ ਸਾਰੀਆਂ ਜਾਇਜ਼ ਨੇ। ਸ਼ਾਹਕੋਟ ਦੀ ਜਿਮਨੀ ਚੋਣ ਦਾ ਜਾਬਤਾ ਲੱਗਿਆ ਹੋਇਆ, ਅਸੀਂ ਤਾਂ ਅੱਜ ਐਲਾਨ ਕਰ ਦੇਣਾ ਸੀ 4 ਜੂਨ ਨੂੰ ਦੁਬਾਰਾ ਆਇਓ, ਆਪਾਂ ਐਲਾਨ ਕਰ ਦੇਣਾ ਹੈਗਾ ਜਿਵੇਂ ਤੁਸੀਂ ਚਾਹੁੰਦੇ ਹੋ। 4 ਜੂਨ ਦੀ ਮੀਟਿੰਗ ਅੱਜ ਤੱਕ ਨਹੀਂ ਹੋਈ, ਮੁੱਖ ਮੰਤਰੀ ਸਾਹਿਬ ਨੇ ਦੁਬਾਰਾ ਕੋਈ ਮੀਟਿੰਗ ਨਹੀਂ ਕੀਤੀ। ਸਿੱਖਿਆ ਮੰਤਰੀ ਸਾਹਿਬ ਨਾਲ ਮੀਟਿੰਗ ਹੋਈ, 2 ਮੀਟਿੰਗਾਂ ਦੇ ਵਿੱਚ ਬਿਲਕੁਲ ਸਾਫ਼-ਸਾਫ਼ ਮੰਨੇ ਕਿ ਜਿੰਨੀ ਤਨਖਾਹ ਲੈ ਰਹੇ ਹੋ ਉਨੀ ਤਨਖਾਹ ਤੇ ਇਹਨਾਂ ਸੁਸਾਇਟੀ ਅਧਿਆਪਕਾਂ ਨੂੰ ਰੈਗੂਲਰ ਕੀਤਾ ਜਾਊਗਾ। ਇੱਕ ਕੈਟਾਗਰੀ ਹੈ 51-78 ਅਧਿਆਪਕਾਂ ਦੀ ਜਿਨ੍ਹਾਂ ਨੂੰ 10 ਮਹੀਨੇ ਹੋ ਗਏ ਤਨਖਾਹ ਵੀ ਨਹੀਂ ਮਿਲੀ ਤੇ 3 ਸਾਲਾਂ ਬਾਅਦ ਪੱਕੇ ਹੋਣੇ ਸੀ, ਅਜੇ ਤੱਕ ਪੱਕੇ ਨਹੀਂ ਕੀਤੇ। ਉਹਨਾਂ ਨੂੰ ਵੀ ਅਜੇ ਤੱਕ ਪੱਕੇ ਨਹੀਂ ਕੀਤਾ, ਉਹਨਾਂ ਨੂੰ ਪੂਰੀ ਤਨਖਾਹ ਤੇ ਪੱਕੇ ਕਰਨ ਦਾ ਵਾਅਦਾ ਕੀਤਾ ਸੀ। ਇਸ ਕਰਕੇ ਵਾਅਦਾ ਤਾਂ ਸਾਡੇ ਨਾਲ ਇਸ ਤਰ੍ਹਾਂ ਕੀਤਾ, ਜਦੋਂ ਫੈਸਲਾ ਲੈਣਾ ਸੀ ਫੈਸਲਾ ਲੈਣ ਵਕਤ ਬਿਲਕੁਲ ਉਲਟ ਫੈਸਲਾ ਆਇਆ। 26 ਜਥੇਬੰਦੀਆਂ ਦੇ ਸਾਂਝੇ ਅਧਿਆਪਕ ਮੋਰਚੇ ਦੀ ਕਿਹੜੀ ਮੀਟਿੰਗ ਦੇ ਵਿੱਚ ਇਹ ਸਹਿਮਤੀ ਬਣੀ ਆ ਕਿ 15,000 ਸਾਨੇ ਮਨਜ਼ੂਰ ਕੀਤਾ। ਸਿੱਖਿਆ ਮੰਤਰੀ ਸਾਹਿਬ ਸਾਬਤ ਕਰ ਦੇਣ ਇਹ ਬਿਲਕੁਲ ਝੂਠ ਆ ਜਿਹੜਾ ਪ੍ਰਚਾਰ ਕੀਤਾ ਜਾ ਰਿਹਾ। ਇਸੇ ਤਰ੍ਹਾਂ ਦਾ ਇੱਕ ਝੂਠ ਹੋਰ ਪ੍ਰਚਾਰ ਕੀਤਾ। ਸਰਕਾਰ ਨੇ ਸਾਨੂੰ ਬਲੈਕਮੇਲ ਕਰਨ ਦੇ ਲਈ ਇੱਕ ਆਪਸ਼ਨ ਦਿੱਤੀ ਕਿ ਤੁਸੀਂ ਮੌਜੂਦਾ ਸਰਬਸ ਤੇ ਰਹਿਣਾ ਜਾਂ ਤੁਸੀਂ 10,300 ਤੇ ਆਉਣਾ ਹੈਗਾ ਬੇਸਿਕ ਪੇ ਤੇ। ਇਹਦੇ ਲਈ ਆਪਸ਼ਨ ਮੰਗੀ, ਦੋਨੋਂ ਆਪਸ਼ਨਾਂ ਸਾਡੇ ਵੱਡੀ ਗਿਣਤੀ ਅਧਿਆਪਕਾਂ ਨੇ ਰੱਦ ਕੀਤੀਆਂ। ਜੇ ਸਾਡੇ 9,000 ਦੇ ਲਗਭਗ ਅਧਿਆਪਕ ਸੀ, ਸਿਰਫ 500 ਅਧਿਆਪਕਾਂ ਨੇ ਉਹਦੇ ਵਿੱਚ ਪੋਲ ਕੀਤੀ। 500 ਅਧਿਆਪਕਾਂ ਦੇ ਵਿੱਚੋਂ ਜੇ 94% ਅਧਿਆਪਕਾਂ ਨੇ ਕਹਿ ਦਿੱਤਾ ਕਿ ਅਸੀਂ 10,300 ਲੈਣ ਨੂੰ ਤਿਆਰ ਹੈਗੇ ਆ, ਤਾਂ ਉਹ ਕੀ ਗਿਣਤੀ ਕਿੰਨੀ ਹੋਈ? 500 ਤੋਂ ਵੀ 400 ਤੋਂ ਵੀ ਘੱਟ ਗਿਣਤੀ ਜੇ ਕਹਿੰਦੀ ਆ, ਉਸ ਨੂੰ ਇਹ ਬਣਾ ਕੇ ਪੇਸ਼ ਕਰ ਰਹੇ ਨੇ ਕਿ ਟੋਟਲ ਅਧਿਆਪਕਾਂ ਦਾ 94%। ਇਹ ਬਿਲਕੁਲ ਝੂਠ ਫੈਲਾਇਆ ਜਾ ਰਿਹਾ। ਇਸ ਝੂਠ ਨੂੰ ਪੰਜਾਬ ਦੇ ਵਿੱਚ ਨੰਗਾ ਕਰਾਂਗੇ। ਜੇ ਅਧਿਆਪਕ ਜਥੇਬੰਦੀਆਂ ਨੇ ਸਹਿਮਤੀ ਦਿੱਤੀ ਆ ਤਾਂ ਫਿਰ ਕਿਉਂ ਉਹ ਸੜਕਾਂ ਦੇ ਉੱਤੇ ਨੇ? 500 ਦਾ ਵੀ ਕਸੂਰ ਨਹੀਂ, 500 ਬਲੈਕਮੇਲ ਹੋ ਗਿਆ, ਬਾਕੀ ਬਲੈਕਮੇਲ ਹੋਏ ਨੇ। ਬਿਲਕੁਲ ਦਿਸ ਇਜ਼ ਕੋਰਸਿੰਗ, ਦਿਸ ਇਜ਼ ਕ੍ਰਿਮੀਨਲ ਐਕਟੀਵਿਟੀ। ਦੇਖੋ ਕਈ ਇਸ਼ੂਜ਼ ਐਚੋ ਇਮਰਜ ਹੋਏ ਨੇ ਜਿਹੜੇ ਕਿ ਬਹੁਤ ਹੀ ਕ੍ਰੂਸ਼ਲ ਨੇ। ਨੰਬਰ 1 ਜਿਹੜੀ ਕਟੌਤੀ ਦੀ ਗੱਲ ਹੋ ਰਹੀ ਹੈ ਉਹ ਦੇਖਣ ਨੂੰ ਤਾਂ ਲੱਗ ਰਿਹਾ ਹੈ, ਹਾਲਾਂਕਿ ਦੇਖਣ ਨੂੰ ਵੀ ਬਹੁਤ ਵੱਡੀ ਲੱਗ ਰਹੀ ਹੈ, ਲੇਕਿਨ ਤਾਂ ਵੀ ਆਪਾਂ ਨੂੰ ਅੰਦਾਜ਼ਾ ਨਹੀਂ ਹੋ ਰਿਹਾ ਕਿ ਅਸਲ 'ਚ ਗੱਲ ਕੀ ਕਹਿ ਰਹੇ ਨੇ ਇਹ। ਜਿਸ ਤਰ੍ਹਾਂ ਨੇ ਛੋਟੇ ਬੱਚੇ ਦੱਸ ਰਹੇ ਨੇ ਆਪਾਂ ਨੂੰ ਕਿ ਜਿਹੜਾ ਬੰਦਾ 45,000 50,000 42,000 ਲੈ ਰਿਹਾ ਉਹਨੂੰ ਕਹਿੰਦੇ 15,000 ਲੈ ਲਓ। ਆਪਾਂ ਇੱਕ ਐਵਰੇਜ ਲਾ ਲਈਏ, ਮੈਂ ਜ਼ਿਆਦਾ ਨਹੀਂ ਲਾਉਂਦਾ, ਘੱਟੋ ਘੱਟ ਐਵਰੇਜ ਜਿਹੜੀ ਹੈ ਉਹ 30,000 ਰੁਪਏ ਪਰ ਮੰਥ ਇਹ ਕੱਟਣ ਨੂੰ ਕਹਿ ਰਹੇ ਨੇ। ਯਾਨੀ ਕਿ ਪਰ ਟੀਚਰ, ਹਰ ਇੱਕ ਟੀਚਰ 3 ਸਾਲ ਦੇ ਵਿੱਚ ਲਗਭਗ 11 ਲੱਖ ਰੁਪਇਆ ਨੁਕਸਾਨ ਉਠਾਵੇ। ਜਿਹੜੀ 10 ਸਾਲ ਦੀ ਉਹਨੇ ਸਰਵਿਸ ਕਰ ਲਈ, ਉਹਦੀ ਇਹ ਸਜ਼ਾ ਉਹਨੂੰ ਇਹ ਹੈ ਕਿ ਉਹ 11 ਲੱਖ ਰੁਪਏ ਦਾ ਨੁਕਸਾਨ ਉਠਾਵੇ ਔਰ ਇੰਨਾ ਚਿਰ ਜਿਹੜਾ ਹੈਗਾ ਉਹ 10,000 ਰੁਪਏ ਦੇ ਉੱਤੇ ਆਪਣਾ ਪਰਿਵਾਰ ਪਾਲੇ। ਇੱਕ ਚੀਜ਼। ਦੂਜੀ ਚੀਜ਼ ਬਾਜਵਾ ਸਾਹਿਬ ਨੇ ਇੱਕ ਬਹੁਤ ਹੀ ਪਿਆਰੀ ਕਹੀ ਹੈ ਕਿ ਸਰਕਾਰਾਂ ਦੇ ਖਜ਼ਾਨੇ ਕਦੇ ਖਾਲੀ ਨਹੀਂ ਹੁੰਦੇ। ਇਹ ਬਿਲਕੁਲ ਸੱਚੀ ਗੱਲ ਹੈ ਇਹਨਾਂ ਦੀ, ਠੀਕ ਹੈ। ਲੇਕਿਨ ਇਹਨਾਂ ਦੀ ਸਰਕਾਰ ਤਾਂ ਕੁਝ ਹੋਰ ਕਹਿੰਦੀ ਰਹੀ ਹੈ ਅਜੇ ਤੱਕ। ਸਰਕਾਰ ਤਾਂ ਇਹ ਕਹਿੰਦੀ ਰਹੀ ਹੈ ਕਿ ਕੋਈ ਕੰਮ ਹੀ ਨਹੀਂ ਹੋ ਸਕਦਾ ਕਿਉਂਕਿ ਪੈਸੇ ਨਹੀਂ, ਬਲਕਿ ਬਾਜਵਾ ਸਾਹਿਬ ਨੇ ਥੋੜੀ ਦੇਰ ਪਹਿਲਾਂ ਖੁਦ ਵੀ ਇਹ ਗੱਲ ਕਹੀ ਕਿ ਵੀ ਥੋੜਾ ਬਹੁਤਾ ਇਹ ਸੋਚਣਗੇ। ਫਾਈਨੈਂਸਿਸ ਦੀ ਵੀ ਗੱਲ ਹੈ, ਮੈਂ ਕਹਿੰਦਾ ਠੀਕ ਹੈ, ਸੋਚਣ ਦੀ ਵੀ ਗੱਲ ਹੈ। ਜੇ ਸੋਚਣਾ ਹੋਵੇ ਤਾਂ ਪੂਰੇ ਸਮਾਜ ਨੂੰ ਸੋਚਣਾ ਪੈਂਦਾ ਹੁੰਦਾ। ਕੋਈ ਇਦਾਂ ਦੀ ਪਾਲਿਸੀ ਲਿਆਓ ਜਿਹਦੇ ਨਾਲ ਕਿ ਅਕ੍ਰੋਸ ਦਾ ਬੋਰਡ ਕਟੌਤੀ ਲਾਓ, ਫਿਰ ਕਿ ਸਾਰੇ ਮਿਨਿਸਟਰਸ ਦੀ, ਸਾਰੇ ਐਮਐਲਏਸ ਦੀ, ਸਾਰੇ ਆਫੀਸਰ ਸਾਹਿਬਾਨ ਦੀਆਂ ਸਾਰਿਆਂ ਦੀਆਂ ਤਨਖਾਹਾਂ ਵਿੱਚ ਕਟੌਤੀ ਲਾ ਦਿਓ 70% ਜਿੰਨੀ ਇਹਨਾਂ ਦੇ ਲਾਣਾ ਚਾਹੁੰਦੇ ਆ। 70% ਕਟੌਤੀ ਹਰੇਕ ਅਫਸਰ ਤੇ ਲਾ ਦਿਓ। 70% ਕਟੌਤੀ ਹਰੇਕ ਜਿੱਥੇ ਵੀ ਕੋਈ EMPLOYE ਬੈਠਾ ਔਰ ਜਿਹੜਾ ਕੋਈ ਅਫਸਰ ਬੈਠਾ ਲਾ ਦਿਓ। ਔਰ ਫਿਰ ਪੰਜਾਬ ਦੇ ਹਾਲਾਤ ਕੀ ਬਣਦੇ ਇਹ ਦੇਖੋ। ਔਰ ਤੀਜੀ ਗੱਲ ਜਿਹੜੀ ਹੈ, ਇਹ ਕਹਿ ਰਹੇ ਨੇ ਕਿ ਜਿਹੜੇ ਆਪਣੇ ਜਿਹੜੇ ਪਟਵਾਰੀ ਰੱਖੇ ਹੋਏ ਨੇ, ਅਧਿਆਪਕ ਨੇ ਅਧਿਆਪਕ ਰੱਖੇ ਹੋਏ ਨੇ। ਮੈਨੂੰ ਜੇ ਯਾਦ ਆ ਤਾਂ ਜਿਹੜਾ ਇਹਨਾਂ ਦਾ ਮੈਨੀਫੈਸਟੋ ਸੀ ਉਹਦੇ ਵਿੱਚ ਇਹਨਾਂ ਨੇ ਇੱਕ ਸਰਕਾਰ ਦਾ ਵਾਅਦਾ ਕੀਤਾ ਸੀ ਕਿ ਸਾਡੀ ਸਰਕਾਰ ਕਿਵੇਂ ਦੀ ਹੋਏਗੀ। ਇਹਨਾਂ ਨੇ ਕਿਹਾ ਸਾਡੀ ਸਰਕਾਰ ਜਿਹੜੀ ਹੈ ਉਹ ਗੁੱਡ ਗਵਰਨੈਂਸ ਔਰ ਟਰਾਂਸਪੇਰੈਂਸੀ ਉੱਤੇ ਜ਼ੋਰ ਦੇਗੀ। ਗੁੱਡ ਗਵਰਨੈਂਸ ਦੇ ਵਿੱਚ ਇਹ ਆਉਂਦਾ ਹੈ ਕਿ ਹਰੇਕ ਥਾਂ ਦੇ ਉੱਤੇ ਸਹੀ ਪ੍ਰਸ਼ਾਸਨ ਚੱਲਦਾ ਹੋਵੇ। ਇਹ ਤਾਂ ਬਾਜਵਾ ਸਾਹਿਬ ਇੱਕ ਪਹਿਲੇ ਮੈਂ ਸਰਕਾਰ ਦੇ ਮੈਂਬਰ ਦੇਖੇ ਨੇ ਜਿਹੜੇ ਖੁਦ ਹੀ ਇਹ ਦੱਸ ਰਹੇ ਨੇ ਕਿ ਇੱਥੇ ਗਿਰਾਵਟ ਦਾ ਆਹ ਹਾਲ ਹੈ ਕਿ ਸਾਡੇ EMPLOYEES ਅੱਗੇ EMPLOYE ਰੱਖੀ ਫਿਰਦੇ ਨੇ ਔਰ ਸਾਡੇ ਅਫਸਰ ਅੱਗੇ ਅਫਸਰ ਰੱਖੀ ਫਿਰਦੇ ਨੇ ਔਰ ਅਸੀਂ ਬਿਲਕੁਲ ਬੇਬਸ ਆ। ਯਾਨੀ ਕਿ ਸਰਕਾਰ ਇਹ ਕਹਿ ਰਹੀ ਹੈ ਕਿ ਕੋਈ ਇੱਥੇ ਜੋ ਮਰਜ਼ੀ ਕਰ ਲੈ, ਟੀਚਰ ਰੱਖ ਲੈ, ਪਟਵਾਰੀ ਰੱਖ ਲੈ, DC ਰੱਖ ਲੈ, ਥਾਣੇਦਾਰ ਰੱਖ ਲੈ, ਸਰਕਾਰ ਕੋਲ ਕੋਈ ਤਰੀਕਾ ਨਹੀਂ ਹੈ ਇਹਨਾਂ ਨੂੰ ਰੋਕਣ ਦਾ। ਇਹਦਾ ਮਤਲਬ ਤਾਂ ਇਹ ਹੋਇਆ ਕਿ ਬਾਜਵਾ ਸਾਹਿਬ ਖੁਦ ਹੀ ਇਹ ਗੱਲ ਕਹਿ ਰਹੇ ਨੇ ਕਿ ਇਹਨਾਂ ਦੇ ਵਿੱਚ ਐਡਮਿਨਿਸਟ੍ਰੇਟਿਵ ਰੌਟ ਜਿਹਨੂੰ ਆਪਾਂ ਕਹਿੰਦੇ ਆ ਕਿ ਪ੍ਰਸ਼ਾਸਨ ਦੇ ਵਿੱਚ ਪੂਰੀ ਤਰ੍ਹਾਂ ਪੱਠਾ ਬੈਠ ਚੁੱਕਾ ਹੈ। ਠੀਕ ਹੈ, ਚਲੋ ਮੈਂ ਇਹਦਾ ਜਵਾਬ ਉਹਨਾਂ ਤੋਂ ਲੈ ਲਾਂਗਾ। ਹਾਂ ਜੀ ਵਿਕਰਮ ਦੇ, ਫਿਰ ਮੈਂ ਬਾਜਵਾ ਸਾਹਿਬ ਕੋਲ ਜਾਣਾ। ਹਾਂਜੀ ਹਰਪ੍ਰੀਤ ਜੀ, ਇੱਕ ਇੱਥੇ ਗੱਲ ਚੱਲੀ ਆ ਬੈਂਸ ਸਾਹਿਬ ਜੀ
ਤੁਹਾਡੀ ਸਰਕਾਰ ਨੇ ਤੇ 10 ਸਾਲ ਤੁਹਾਡੀ ਸਰਕਾਰ ਨੇ ਤੇ ਕੀਤਾ ਕੁਝ ਨਹੀਂ। ਜੇ ਸਾਡੀ ਸਰਕਾਰ ਕੋਈ ਚੰਗਾ ਕੰਮ ਕਰ ਰਹੀ ਹੈ ਤੇ ਤੁਹਾਨੂੰ ਕ੍ਰਿਮਿਨਲ ਤੋਂ ਇਲਾਵਾ ਆਉਂਦਾ ਕੁਝ ਨਹੀਂ। ਤੁਸੀਂ ਇੱਥੇ ਬੈਠੇ ਹੋ, ਤੁਹਾਡੀ ਸਰਕਾਰ ਨੇ ਕਿਉਂ ਨਹੀਂ ਇਹਨਾਂ ਨੂੰ ਪੱਕਿਆ ਕੀਤਾ? ਹਾਂਜੀ ਬੈਂਸ ਸਾਹਿਬ, ਤੇ ਫਿਰ ਜੇ ਅਸੀਂ ਕੀਤਾ, ਚਲੋ ਆਪਾਂ ਬੈਂਸ ਸਾਹਿਬ ਤੋਂ ਜਵਾਬ ਲੈ ਲੈਂਦੇ। ਸਰਕਾਰ ਦੇ ਕੁਝ ਜੇ ਕਾਇਦੇ ਕਾਨੂੰਨ ਹੁੰਦੇ ਨੇ, ਅਸੀਂ ਕਹਿੰਦੇ ਵੀ ਇਹਨਾਂ ਨੂੰ 3 ਸਾਲਾਂ ਬਾਅਦ ਪੂਰੀ ਤਨਖਾਹ ਮਿਲੇਗੀ। ਹਾਂਜੀ ਬੈਂਸ ਸਾਹਿਬ, ਵੀ why not ਬੈਂਸ ਸਾਹਿਬ? ਸਰਕਾਰ ਦੇ ਟਾਈਮ ਦੇ ਉੱਤੇ ਹੀ ਬੱਚੇ ਬੈਠੇ ਨੇ, ਤੁਸੀਂ ਤੁਹਾਨੂੰ ਦੱਸ ਆਪ ਦੇਣਗੇ। ਤੇ ਕੁਝ ਕੀਤਾ ਨਹੀਂ ਤੇ ਦੂਜਿਆਂ ਨੂੰ ਤੇ ਗਲਤੀਆਂ ਕੱਢਣ ਲਈ ਆ ਗਏ। ਮੈਂ ਤੁਹਾਨੂੰ ਦੱਸ ਦਿੰਦਾ ਜੀ ਅਸੀਂ ਕੀ ਕੁਝ ਕੀਤਾ। ਤੁਸੀਂ ਜੋ ਅਸੀਂ ਕੀਤਾ ਉਹਨਾਂ ਦਾ ਤੁਸੀਂ 1% ਵੀ ਕਰ ਲਓ ਤਾਂ ਵੀ ਗੱਲ ਚੱਲ ਜਾਏਗੀ। ਕਿਉਂਕਿ ਨਾ ਤਾਂ ਤੁਸੀਂ ਕੋਈ ਸੜਕਾਂ ਬਣਾ ਰਹੇ ਹੋ, ਨਾ ਤੁਸੀਂ ਕੋਈ ਨਵੀਂ ਸਕੀਮ, ਜਿੱਦਾਂ ਅਸੀਂ ਪਾਣੀ ਬਿਜਲੀ ਮਾਫ ਕੀਤੀ ਸੀ, ਆਟਾ ਦਾਲ ਸਕੀਮ ਲਿਆਂਦੀ ਸੀ, ਸ਼ਗਨ ਸਕੀਮ ਤੁਸੀਂ ਲਿਆਂਦੀ ਪੰਜਾਬ ਨੂੰ ਲੁੱਟਿਆ ਹੈ। ਔਰ ਮੈਂ ਦੱਸ ਰਿਹਾ ਤੁਸੀਂ ਇਹ ਦੇਖੋ ਇਹਦਾ ਲੁੱਟਿਆ ਕੁੱਟਿਆ ਨਾ ਜਿਹੜਾ ਉਹ ਤਾਂ ਜਿਹੜਾ ਆਮ ਗੱਲਾਂ ਨੇ ਨਾ ਵੀ ਲੁੱਟਿਆ ਆਪਾਂ ਮੁੱਦੇ ਤੇ ਰੱਖੀਏ, ਮੁੱਦੇ ਤੇ ਬੈਂਸ ਸਾਹਿਬ, ਇਹ ਹੈਗੇ ਨੇ ਸਿਆਸੀ ਸਲੋਗਨ, ਇਹਨਾਂ ਨੂੰ ਛੱਡ ਦਈਏ ਆਪਾਂ ਦੂਜੀ ਅਸਲੀ ਗੱਲ ਕਰੀਏ। ਅਸਲੀ ਗੱਲ ਇਹ ਹੈ ਕਿ ਸਿਰਫ ਇੱਕ ਕੈਟਾਗਰੀ ਨੂੰ ਛੱਡ ਕੇ, ਜਿੱਥੇ ਕਿ ਸੈਂਟਰ ਸਕੀਮ ਸੀ, ਬੱਚਿਆਂ ਨੂੰ ਪਤਾ ਸਾਰੀ ਗੱਲ ਦਾ, ਜਿੱਥੇ ਕਿ ਸੈਂਟਰ ਗਵਰਨਮੈਂਟ ਦੀ ਸਕੀਮ ਸੀ ਜਿਹੜੀ ਕਿ ਬੰਦ ਕਰਤੀ ਗਈ ਸੀ, ਔਰ ਉਹਦੇ ਵਿੱਚ ਵੀ ਅਸੀਂ ਬੱਚੇ ਕੱਢੇ ਨਹੀਂ ਸੀਗੇ, ਉਹ ਵੀ ਉਹਨਾਂ ਨੂੰ ਰਿਟੇਨ ਕਰ ਲਿਆ ਸੀ ਉਸੇ ਲੈਵਲ ਦੇ ਉੱਤੇ ਜਿੱਥੇ ਕਿ ਉਹ ਸੀਗੇ। ਇਹ ਤੁਹਾਨੂੰ ਬੱਚੇ ਦੱਸ ਸਕਦੇ ਇਹ ਗੱਲ। ਲੇਕਿਨ ਜਿਹੜੀਆਂ ਬਾਕੀ ਸਮੱਸਿਆਵਾਂ ਸੀਗੀਆਂ ਨਾ, ਉਹ ਜਿਹੜੀਆਂ ਸੀਗੀਆਂ ਉਹ ਮੈਕਸਿਮਮ ਬੰਦੇ ਅਬਜ਼ੌਰਬ ਹੋਏ, ਔਰ ਜਿਹੜੇ ਰਹਿੰਦੇ ਸੀਗੇ ਜਦੋਂ ਇਹਨਾਂ ਦੀ ਫਾਈਨਲ ਮੀਟਿੰਗ ਹੋਈ ਹੈ, ਉਹ ਤੋਂ ਕੁਝ ਦਿਨ ਬਾਅਦ ਜਿਹੜਾ ਸੀ ਇਹਨਾਂ ਦਾ ਲੱਗ ਗਿਆ ਸੀ ਸਾਡਾ ਜ਼ਾਬਤਾ, ਉਹ ਨਾਲ ਹੀ ਇਹਨਾਂ ਨੇ ਵਾਅਦਾ ਕਰਤਾ, ਮੁੱਖ ਮੰਤਰੀ ਸਾਹਿਬ ਜਿਹੜੇ ਹੁਣ ਨੇ, ਇਹਨਾਂ ਨੇ ਕਿ ਅਸੀਂ ਆਂਦੇ ਸਾਰੇ ਰੈਗੂਲਰ ਆਉਂਦੇ ਸਾਰੇ ਸੀ। ਹਾਂਜੀ ਵਿਕਰਮਦੀਪ, ਹਾਂਜੀ ਨਹੀਂ ਕੀਤਾ ਆਪਾਂ। ਜੀ ਮੈਂ ਇੱਕ ਮਿੰਟ ਆਣਾ ਬਾਜਵਾ ਸਾਹਿਬ, ਇੱਕ ਸੈਕਿੰਡ ਆਣਾ ਮੈਂ, ਇੱਕ ਮਿੰਟ ਵਿਕਰਮਦੇਵ ਦੀ ਵੀ ਹਾਂਜੀ, ਮੈਨੂੰ ਬਹੁਤ ਅਫਸੋਸ ਦੀ ਗੱਲ ਆ, 10 ਸਾਲ ਨਹੀਂ ਚੇਤਾ ਆ ਤੇ ਨਾਲ ਚੋਣ ਜਾਬਤਾ ਲੱਗ ਗਿਆ ਜੀ। ਬਾਜਵਾ ਸਾਹਿਬ, ਬੜੇ ਅਫਸੋਸ ਦੀ ਗੱਲ ਆ ਕਿ ਕੱਲ ਜੋ ਕੈਬਨਿਟ ਦੇ ਵਿੱਚ ਇਹ ਫੈਸਲਾ ਹੋਇਆ, ਪੂਰੇ ਅਧਿਆਪਕ ਵਰਗ ਦੇ ਵਿੱਚ ਇਸ ਨੂੰ ਲੈ ਕੇ ਸਖਤ ਰੋਸ ਆ ਤੇ ਇਸ ਨੂੰ ਇੱਕ ਕਾਲੇ ਦਿਨ ਵਜੋਂ ਮੰਨਿਆ ਜਾ ਰਿਹਾ। ਤੇ ਤੁਸੀਂ ਕਹਿ ਰਹੇ ਹੋ ਕਿ ਅਧਿਆਪਕ ਖੁਸ਼ ਕਿਉਂ ਨਹੀਂ ਹੁੰਦੇ? ਦੇਖੋ, ਕਿਸੇ ਵੀ ਦੇਸ਼ ਦੇ ਵਿੱਚ ਦੇਸ਼ ਦੀ ਤਰੱਕੀ ਤਾਂ ਹੁੰਦੀ ਆ ਜੇ ਉੱਥੇ ਸਿੱਖਿਆ ਵਧੀਆ ਹੁੰਦੀ ਆ। ਸਿੱਖਿਆ ਚੰਗੀ ਤਾਂ ਦਿੱਤੀ ਜਾਊਗੀ, ਮਿਆਰੀ ਤਾਂ ਦਿੱਤੀ ਜਾਊਗੀ, ਇੱਕ ਮਿੰਟ ਜੀ, ਤਾਂ ਦਿੱਤੀ ਜਾਊਗੀ ਜੇ ਅਧਿਆਪਕ ਮਾਨਸਿਕ ਤੌਰ ਤੇ ਸੰਤੁਸ਼ਟ ਆ। ਤਾਂ ਜੀ ਹੁਣ ਮੈਂ ਇੱਥੇ ਇੱਕ ਗੱਲ ਬਹੁਤ ਅਹਿਮ ਕਰਨ ਲੱਗਿਆ, ਬਾਜਵਾ ਸਾਹਿਬ ਇੱਕ ਮਿੰਟ ਸੁਣ ਲਓ ਜੀ, ਬਹੁਤ ਅਹਿਮ ਕਰਨ ਲੱਗਿਆ ਗੱਲ ਕਿ ਅਧਿਆਪਕ ਨੂੰ ਮਾਨਸਿਕ ਤੌਰ ਤੇ ਵੀ ਤੰਗ ਕੀਤਾ ਜਾ ਰਿਹਾ, ਆਰਥਿਕ ਤੌਰ ਤੇ ਵੀ ਤੰਗ ਕੀਤਾ ਜਾ ਰਿਹਾ। ਕੱਲ ਇਸੇ ਚੈਨਲ ਦੇ ਉੱਪਰ ਚੱਲ ਰਹੀ ਸੀ ਵੀਡੀਓ ਕਿ ਅਧਿਆਪਕਾਂ ਨੂੰ ਧਮਕਾਇਆ ਜਾ ਰਿਹਾ, ਉਹਨਾਂ ਨੂੰ ਦਬਕਾਇਆ ਜਾ ਰਿਹਾ। ਸਾਡੇ ਜਿਹੜੇ ਵੱਡੇ ਅਫਸਰ ਨੇ ਉਹ ਅਧਿਆਪਕਾਂ ਨੂੰ ਇਸ ਤਰੀਕੇ ਨਾਲ ਡੀਲ ਕਰ ਰਹੇ ਨੇ ਕਿ ਜਿਸ ਤਰੀਕੇ ਨਾਲ ਉਹ ਅਧਿਆਪਕਾਂ ਨੂੰ ਬੰਧੂਆ ਮਜ਼ਦੂਰ ਸਮਝਦੇ ਹੋਣ। ਦੂਸਰੀ ਗੱਲ, ਅਧਿਆਪਕ ਨੂੰ ਆਰਥਿਕ ਤੌਰ ਤੇ ਵੀ ਝੰਜੋੜਿਆ ਜਾ ਰਿਹਾ। 30,000 ਅਧਿਆਪਕਾਂ ਦੇ ਵਿੱਚੋਂ ਇੱਕ ਕੈਟਾਗਰੀ ਆ EGS STR AI ਵਲੰਟੀਅਰ, ਪਿਛਲੇ 14 ਸਾਲਾਂ ਤੋਂ ਉਹ ਸਕੂਲਾਂ ਦੇ ਵਿੱਚ ਨੌਕਰੀ ਕਰ ਰਹੇ ਨੇ। ਤਾਂ ਉਹਨਾਂ ਦੇ ਵਿੱਚੋਂ ਕਈ ਅਧਿਆਪਕ ਇਹੋ ਜਿਹੇ ਵੀ ਨੇ ਜਿਨ੍ਹਾਂ ਦੇ ਵਿਆਹ ਵੀ ਹੋ ਚੁੱਕੇ ਨੇ, ਬੱਚੇ ਵੀ ਵੱਡੇ ਹੋ ਚੁੱਕੇ ਨੇ ਤੇ ਹਾਲੇ ਤੱਕ ਉਹਨਾਂ ਨੂੰ ਰੈਗੂਲਰ ਨਹੀਂ ਕੀਤਾ ਗਿਆ। ਇੱਥੇ ਗੱਲ ਚੱਲੀ ਸੀ ਕਿ ਹਾਰਟ ਅਟੈਕ ਕਿਸੇ ਨੂੰ ਵੀ ਹੋ ਸਕਦਾ। ਤਾਂ ਬਾਜਵਾ ਸਾਹਿਬ, ਮੈਨੂੰ ਇਹ ਦੱਸੋ ਕਿ ਉਹਨਾਂ ਦੇ ਵਿੱਚ ਇੱਕ ਅਧਿਆਪਕ ਆ, ਪਿਛਲੇ ਸਾਲ ਮੋਗੇ ਤੋਂ ਜਗਮੋਹਨ, ਉਹਨੇ ਸੁਸਾਈਡ ਕਰ ਲਈ ਕਿ ਮੇਰੀ ਤਨਖਾਹ 4500 ਆ, ਉਸ ਦੇ ਵਿੱਚ ਉਹਦਾ ਗੁਜ਼ਾਰਾ ਨਹੀਂ ਚੱਲਦਾ। 14 ਸਾਲ ਦੇ ਵਿੱਚ ਇੱਕ ਅਧਿਆਪਕ 4500 ਤਨਖਾਹ ਤੱਕ ਪਹੁੰਚਾਇਆ। ਤਾਂ ਹੁਣ ਤੁਸੀਂ ਆਪ ਦੱਸੋ ਕਿ ਅਧਿਆਪਕਾਂ ਨੂੰ ਤੁਸੀਂ ਮਾਨਸਿਕ ਤੌਰ ਤੇ ਦਬਾ ਰਹੇ ਹੋ, ਤੁਸੀਂ ਉਹਨਾਂ ਨੂੰ ਆਰਥਿਕ ਤੌਰ ਤੇ ਦਬਾ ਰਹੇ ਹੋ ਤੇ ਆਸ ਇਹ ਕਰ ਰਹੇ ਹੋ ਕਿ ਸਾਡੇ ਸੂਬੇ ਦੀ ਜਿਹੜੀ ਸਿੱਖਿਆ ਉਹ ਵਧੀਆ ਬਣ ਜੂਗੀ। ਇਸ ਦੇ ਵਿੱਚ ਗੱਲ ਹੋਰ ਵੀ ਆ ਹਰਪ੍ਰੀਤ ਜੀ, ਇੱਕ ਇਹ ਰੈਸ਼ਨਲਾਈਜੇਸ਼ਨ ਨੀਤੀ ਲੈ ਕੇ ਆ ਰਹੇ ਨੇ। ਉਸ ਰੈਸ਼ਨਲਾਈਜੇਸ਼ਨ ਨੀਤੀ ਦੇ ਵਿੱਚ ਕੀ ਆ ਕਿ ਮਿਡਲ ਸਕੂਲਾਂ ਦੇ ਵਿੱਚੋਂ ਜਿਹੜੇ ਅਧਿਆਪਕ ਫਿਜ਼ੀਕਲ ਐਜੂਕੇਸ਼ਨ ਦੀ ਸਿੱਖਿਆ ਦੇ ਰਹੇ ਨੇ ਜਾਂ ਆਰਟ ਐਂਡ ਕਰਾਫਟ ਦੀ ਸਿੱਖਿਆ ਦੇ ਰਹੇ ਨੇ, ਉਹ ਕਹਿੰਦੇ ਵੀ ਸਰਕਾਰੀ ਸਕੂਲਾਂ ਦੇ ਬੱਚਿਆਂ ਨੂੰ ਇਹ ਦੋਨੇ ਅਧਿਆਪਕਾਂ ਦੀ ਜ਼ਰੂਰਤ ਨਹੀਂ ਹੈਗੀ। ਹੁਣ ਤੁਸੀਂ ਕੰਪੈਰੀਜ਼ਨ ਕਰ ਰਹੇ ਹੋ ਪ੍ਰਾਈਵੇਟ ਸਕੂਲਾਂ ਦੇ ਨਾਲ। ਪਹਿਲੀ ਗੱਲ ਤਾਂ 1991 ਤੋਂ ਬਾਅਦ ਪ੍ਰਾਈਵੇਟਾਈਜੇਸ਼ਨ ਦੀ ਇਹੋ ਜਿਹੀ ਹਨੇਰੀ ਝੁੱਲੀ ਹੋਈ ਆ ਕਿ ਪ੍ਰਾਈਵੇਟ ਸਕੂਲਾਂ ਨੂੰ ਤਾਂ ਅਮੀਰਾਂ ਦੇ ਸਕੂਲਾਂ ਵਜੋਂ ਪੇਸ਼ ਕੀਤਾ ਜਾ ਰਿਹਾ, ਉਹਨਾਂ ਦੇ ਰੰਗ ਰੋਗਨ ਵੀ ਬਹੁਤ ਸੋਹਣੇ ਹੁੰਦੇ ਨੇ, ਵਧੀਆ ਹੁੰਦੇ ਨੇ। ਸਰਕਾਰੀ ਸਕੂਲਾਂ ਨੂੰ ਗਰੀਬਾਂ ਦੇ ਸਕੂਲ ਵਜੋਂ ਪੇਸ਼ ਕੀਤਾ ਜਾ ਰਿਹਾ ਕਿਉਂਕਿ ਉਹਨਾਂ ਨੂੰ ਲੋੜੀਂਦੀਆਂ ਗ੍ਰਾਂਟਾਂ ਨਹੀਂ ਮਿਲਦੀਆਂ। ਇੱਕ ਹੋਰ ਬਹੁਤ ਅਹਿਮ ਮੁੱਦਾ ਹਰਪ੍ਰੀਤ ਜੀ, ਤੁਹਾਡੇ ਧਿਆਨ 'ਚ ਲਿਆਉਣਾ ਚਾਹੁੰਦਾ ਮੈਂ ਕਿ ਸਕੂਲਾਂ ਦੇ ਬੱਚੇ ਨੇ ਜਿਹੜੇ ਪਹਿਲੀ ਤੋਂ 8ਵੀਂ ਕਲਾਸ ਦੇ, ਅਕਤੂਬਰ ਮਹੀਨਾ ਚੱਲ ਪਿਆ, ਉਹਨਾਂ ਨੂੰ ਹਾਲੇ ਤੱਕ ਉਹਨਾਂ ਦੀ ਯੂਨੀਫਾਰਮ ਗ੍ਰਾਂਟ ਆ ਜਿਹੜੀ ਉਹ ਹਾਲੇ ਤੱਕ ਮਿਲੀ ਨਹੀਂ। ਤਾਂ ਜੀ ਹੁਣ ਮੈਨੂੰ ਇਸ ਤਰ੍ਹਾਂ ਦੱਸੋ ਕਿ ਉਹ ਬੱਚੇ ਸਾਡੇ ਕੋਲ ਜਿਹੜੇ ਆਉਂਦੇ ਨੇ, ਸਿੱਖਿਆ ਦਾ ਸੁਧਾਰ ਇਸ ਤਰੀਕੇ ਨਾਲ ਹੋਇਆ ਕਰੇਗਾ। ਮੈਂ ਇੱਕ ਮਿੰਟ ਆਉਂਦਾ ਤੁਹਾਡੇ ਤੋਂ, ਟੋਡਰਪੁਰ ਜੀ, ਇੱਕ ਆਖਰੀ ਸਵਾਲ ਤੁਹਾਡੇ ਤੋਂ, ਫਿਰ ਮੈਂ ਬਾਜਵਾ ਸਾਹਿਬ ਤੋਂ ਸਵਾਲ ਪੁੱਛਾਂਗਾ ਕਿ ਹੁਣ ਸਰਕਾਰ ਨੇ ਫੈਸਲਾ ਕਰ ਦਿੱਤਾ ਕਿ 15,000 ਰੁਪਏ ਜੇ ਤੁਹਾਨੂੰ ਮਨਜ਼ੂਰ ਹੈ, ਰੈਗੂਲਰ ਹੋ ਜਾਓ, 3 ਸਾਲ ਦਾ ਪ੍ਰੋਬੇਸ਼ਨ ਪੀਰੀਅਡ ਹੈ, ਉਸ ਤੋਂ ਬਾਅਦ ਤਨਖਾਹ ਤੁਹਾਡੀ ਪੱਕੀ ਹੋ ਜਾਏਗੀ। ਹੁਣ ਤੁਹਾਡੀ ਰਣਨੀਤੀ ਕੀ ਹੈ? ਪਹਿਲੀ ਗੱਲ ਜੀ, ਸਾਂਝੇ ਅਧਿਆਪਕ ਮੋਰਚੇ ਦੀ ਮੀਟਿੰਗ ਚੱਲ ਰਹੀ ਹੈ, ਉੱਥੇ 7 ਤਰੀਕ ਤੋਂ ਅਸੀਂ
ਪੱਕਾ ਧਰਨਾ ਲਾਣ ਜਾ ਰਹੇ ਹਾਂ, ਉੱਥੇ ਪਲਾਨਿੰਗ ਚੱਲਦੀ ਹੈ, ਜਲਦੀ ਅਨਾਉਂਸ ਹੋ ਜਾਣਾ। ਦੂਜਾ ਕੱਲ ਹੀ ਅਸੀਂ ਆਪਣੀ ਜਥੇਬੰਦੀ ਵੱਲੋਂ ਇਹ ਮਹਿਸੂਸ ਕਰਦੇ ਹਾਂ ਕਿ ਇਹ ਅਧਿਆਪਕਾਂ ਦੇ ਸੁਸਾਈਡ ਕਰਨ ਲਈ ਮਜਬੂਰ ਕੀਤਾ ਜਾ ਰਿਹਾ। ਇਹ ਅਧਿਆਪਕਾਂ ਦਾ ਕਤਲ ਹੈਗਾ। ਜੇ ਕੈਪਟਨ ਅਮਰਿੰਦਰ ਸਿੰਘ ਦੀ ਰੂਹ ਮਤਲਬ ਲੋਕਾਂ ਦੇ ਕਤਲ ਨਾਲ ਖੁਸ਼ ਹੁੰਦੀ ਹੈਗੀ ਆ ਤਾਂ ਸਾਡੀ ਜਥੇਬੰਦੀ ਨੇ ਫੈਸਲਾ ਕਰ ਚੁੱਕੇ ਹਾਂ, ਅਸੀਂ ਐਲਾਨ ਕਰ ਚੁੱਕੇ ਹਾਂ। ਕੱਲ੍ਹ ਨੂੰ ਪੂਰੇ ਪੰਜਾਬ ਦੇ ਵਿੱਚੋਂ ਅਸੀਂ ਖੂਨ ਦੀਆਂ ਬੋਤਲਾਂ ਭਰ ਕੇ ਮੁੱਖ ਮੰਤਰੀ ਸਾਹਿਬ ਨੂੰ ਭੇਜਾਂਗੇ। ਆਪਣੇ ਅਧਿਆਪਕਾਂ ਦਾ ਖੂਨ ਅਸੀਂ ਮੁੱਖ ਮੰਤਰੀ ਸਾਹਿਬ ਨੂੰ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚੋਂ ਭੇਜਾਂਗੇ। ਜੇ ਸਾਡੇ ਖੂਨ ਦੀ ਪਿਆਸ ਉਹਨਾਂ ਨੂੰ ਇੰਨੀ ਜ਼ਿਆਦਾ ਹੈ ਤਾਂ ਸੰਤੁਸ਼ਟ ਹੋ ਲੈਣ। ਬਾਜਵਾ ਸਾਹਿਬ ਚਲੋ ਇਹਨਾਂ ਨੇ ਜੋ ਬੋਲਿਆ ਉਹ ਤਾਂ ਬੋਲਿਆ। ਇੱਕ ਸਵਾਲ ਇਹ ਵੀ ਹੈਗਾ ਕਿ ਜਿਹੜਾ ਇਨਸਾਨ 40-45 ਹਜ਼ਾਰ ਰੁਪਏ ਨੌਕਰੀ ਕਰਦਾ ਉਹਨੂੰ ਜੇ 15 ਹਜ਼ਾਰ ਰੁਪਏ ਦੀ ਨੌਕਰੀ ਤੇ ਤੁਸੀਂ ਲਾ ਦੋਗੇ, ਤੁਹਾਨੂੰ ਲੱਗਦਾ ਹੈ ਕਿ ਉਹ ਆਪਣੇ ਕੰਮ ਦੇ ਨਾਲ ਇਨਸਾਫ ਕਰ ਪਾਏਗਾ? ਇੱਕ ਸੈਕਿੰਡ ਮੈਨੂੰ ਮੇਰੀ ਇੱਕ ਗੱਲ ਸੁਣ ਲਓ। ਦੇਖੋ ਹਰ ਚੀਜ਼ ਦਾ ਕੋਈ ਨਾ ਕੋਈ ਹੱਲ ਨਿਕਲਦਾ ਹੁੰਦਾ ਹੈ, ਠੀਕ ਹੈ। ਜੇ ਗਵਰਨਮੈਂਟ ਨੇ ਇਹਨਾਂ ਨੂੰ ਅੱਜ ਪੱਕਿਆ ਕੀਤਾ ਹੈ, 3 ਸਾਲ ਬਾਅਦ ਇਹਨਾਂ ਨੂੰ ਕਿਹਾ ਤੁਹਾਨੂੰ ਉਨੀ ਤਨਖਾਹ ਮਿਲੂਗੀ। ਜੇ ਕਿਸੇ ਨੂੰ ਨਹੀਂ ਮਨਜ਼ੂਰ ਤੇ ਇਹ ਪ੍ਰੋਬਲਮ ਵੀ ਐਡਰੈਸ ਹੋ ਸਕਦੀ ਹੈ। ਇਹਦੀ ਕੋਈ ਗੱਲ ਨਹੀਂ ਵੀ ਜਿਹੜੀ ਕੋਈ ਪ੍ਰੋਬਲਮ ਦਾ ਹੱਲ ਨਹੀਂ ਨਿਕਲਦਾ, ਹਰ ਚੀਜ਼ ਦਾ ਕੋਈ ਹੱਲ ਹੈਗਾ। ਜੇ ਇਹਨਾਂ ਨੂੰ ਇਸ ਚੀਜ਼ ਦੀ ਪ੍ਰੋਬਲਮ ਹੈ ਤੇ ਇਹਨਾਂ ਦੀਆਂ ਯੂਨੀਅਨਸ ਜਿਹੜੀਆਂ ਹੈਗੀਆਂ ਨੇ ਬੈਠ ਕੇ ਇਹਨਾਂ ਚੀਜ਼ਾਂ ਤੇ ਸਰਕਾਰ ਦੇ ਸਿੱਖਿਆ ਮੰਤਰੀ ਨਾਲ ਗੱਲ ਕਰ ਲੈਣ, ਸੀਐਮ ਸਾਹਿਬ ਨਾਲ ਗੱਲ ਕਰ ਲੈਣ। ਹਰ ਚੀਜ਼ ਦਾ ਹੱਲ ਨਿਕਲ ਸਕਦਾ ਹੈ। ਇਹਦੀ ਮੈਂ ਕੋਈ ਹਾਸਟ ਐਂਡ ਫਾਸਟ ਬ੍ਰੇਕ ਰੂਲਸ ਨਹੀਂ ਹੁੰਦੇ। ਮੈਂ ਸਮਝਦਾ ਵਨ ਸ਼ੁੱਡ ਇੱਕ ਚੀਜ਼ ਨੂੰ ਨੈਗੇਟਿਵ ਸਾਈਡ ਤੇ ਨਹੀਂ ਲੈਣਾ ਚਾਹੀਦਾ। ਸਰਕਾਰ ਨੇ ਜੇ ਕੋਈ ਕਮੀ ਰਹਿ ਗਈ ਇਹ ਸਮਝਦੇ ਨੇ ਤੇ that can always be ਨਹੀਂ ਪਰ ਬਾਜਵਾ ਸਾਹਿਬ ਤੁਹਾਨੂੰ ਨਹੀਂ ਲੱਗਦਾ ਕਿ ਕੈਬਨਿਟ 'ਚ ਮਨਜ਼ੂਰੀ ਦੇਣ ਤੋਂ ਪਹਿਲਾਂ ਵਿਚਾਰਾਂ ਹੋ ਜਾਂਦੀ ਹੈ, ਜ਼ਿਆਦਾ ਬਿਹਤਰ ਨਾ ਰਹਿੰਦਾ? ਹੁਣ ਤੁਸੀਂ ਕਹਿ ਰਹੇ ਹੋ ਕਿ ਪ੍ਰੋਬਲਮ ਹੱਲ ਹੋ ਸਕਦੀ ਹੈ, ਬੈਠ ਕੇ ਵਿਚਾਰ ਕੀਤਾ ਜਾ ਸਕਦਾ ਹੈ, ਤੇ ਕੈਬਨਿਟ 'ਚ ਲੈਣ ਤੋਂ ਪਹਿਲਾਂ ਵਿਚਾਰ ਕਰ ਲੈਂਦੇ। ਨਹੀਂ ਉਹ ਤੇ ਮੇਰੀ ਸੁਣੋ, ਮੈਨੂੰ ਦੇਖੋ ਜੋ ਇਨਫੋਰਮੇਸ਼ਨ ਮੈਨੂੰ ਮਿਲੀ ਹੈ, ਮੈਂ ਐਜੂਕੇਸ਼ਨ ਮਿਨਿਸਟਰ ਸਾਹਿਬ ਦੇ ਘਰ ਗਿਆ ਸੀ, ਉੱਥੇ ਯੂਨੀਅਨਸ ਦੇ ਬੰਦੇ ਹੀ ਮੈਨੂੰ ਮਿਲੇ ਨੇ। ਮੈਂ ਕੋਈ ਗਲਤ ਨਹੀਂ ਕਹਿ ਰਿਹਾ। ਹੋ ਸਕਦਾ ਹੈ ਮੈਂ ਜਿੱਦਾਂ ਇਹ ਬੈਠੇ ਨੇ, ਸਾਡੇ ਭਰਾ ਬੈਠੇ ਨੇ, ਮੈਂ ਇਹਨਾਂ ਦੀ ਗੱਲ ਨੂੰ ਝੁਠਲਾ ਨਹੀਂ ਰਿਹਾ। ਮੈਂ ਇਹ ਨਹੀਂ ਕਹਿੰਦਾ ਵੀ ਇਹਨਾਂ ਨੂੰ ਪ੍ਰੋਬਲਮ ਨਹੀਂ ਹੋਈ ਹੈ, ਇਹਨਾਂ ਨੂੰ ਗੁੱਸਾ ਨਹੀਂ ਇਸ ਗੱਲ ਤੇ। ਬਟ ਉੱਥੇ ਫਿਰ ਇਹਨਾਂ ਦੀ ਹੀ ਯੂਨੀਅਨਸ ਦੇ ਵਿੱਚ ਬੰਦੇ ਕਹਿੰਦੇ ਨੇ ਵੀ ਸਰਕਾਰ ਨੇ ਬੜਾ ਅੱਛਾ ਫੈਸਲਾ ਕੀਤਾ ਹੈ, ਤੇ ਜੇ ਇਹ ਫੈਸਲੇ ਦੇ ਵਿੱਚ ਕੋਈ ਕਮੀ ਰਹਿ ਗਈ ਲੱਗਦੀ ਹੈ ਤੇ that can always be redressed। ਚਲੋ ਇੱਕ ਆਖਰੀ ਸਟੇਟਮੈਂਟ ਕੋਈ ਗੱਲ ਨਹੀਂ ਹੈ, ਫਿਰ ਆਪਾਂ ਕਲੋਜ਼ ਕਰਾਂਗੇ। ਸਰਕਾਰ ਦੇ ਦੁਆਰੇ ਮੈਂ ਇੱਕ ਮਿੰਟ ਬਾਜਵਾ ਸਾਹਿਬ ਆ ਗਈ ਤੁਹਾਡੀ ਗੱਲ। ਇਹਨਾਂ ਨੇ ਹੀ ਸਾਡਾ ਇੱਕ ਜਿਹੜਾ ਬੱਚਿਆਂ ਦਾ ਕਰਨਾ। ਠੀਕ ਹੈ, ਆ ਗਈ ਤੁਹਾਡੀ ਗੱਲ। ਹਾਂਜੀ, ਪਹਿਲੀ ਗੱਲ ਜੀ, ਮੁੱਖ ਮੰਤਰੀ ਸਾਹਿਬ ਨੇ ਸਾਨੂੰ 27 ਅਪ੍ਰੈਲ ਨੂੰ ਵਾਅਦਾ ਕੀਤਾ ਸੀ ਕਿ 4 ਜੂਨ ਨੂੰ ਮੀਟਿੰਗ ਕਰਾਂਗੇ ਦੁਬਾਰਾ। ਮੁੱਖ ਮੰਤਰੀ ਕਦੋਂ ਸਾਨੂੰ ਮਿਲਣਗੇ, ਇੱਕ ਇਹ ਸਵਾਲ ਹੈਗਾ। ਦੂਜੀ ਗੱਲ, ਸੀਐਮ ਦਫ਼ਤਰ ਦੇ ਕੈਂਪ ਆਫਿਸ ਤੋਂ ਪਟਿਆਲੇ ਤੋਂ ਸਾਨੂੰ 5 ਅਗਸਤ ਨੂੰ ਲਿਖਤੀ ਤੌਰ ਤੇ ਮੀਟਿੰਗ ਮਿਲੀ ਸੀ। 16 ਅਗਸਤ ਨੂੰ ਕਹਿੰਦੇ ਸੀਐਮ ਸਾਹਿਬ ਤੁਹਾਡੇ ਨਾਲ ਮੀਟਿੰਗ ਕਰਨਗੇ ਸੈਕਟਰੀਏਟ ਦੇ ਵਿੱਚ। ਇੱਥੇ ਸਾਡਾ ਮਜ਼ਾਕ ਬਣਾਇਆ ਗਿਆ, ਕਦੇ ਅਸੀਂ ਸੈਕਟਰੀਏਟ ਵੱਲ ਜਾਂਦੇ, ਕਦੇ ਸੀਐਮ ਹਾਊਸ ਵੱਲ। ਮੀਟਿੰਗ ਦੇ ਵੀ ਦਿੰਦੇ ਹੋ ਤੇ ਉਹਦੀ ਕ੍ਰੈਡੀਬਿਲਿਟੀ ਕੀ ਆ? ਅਸੀਂ ਕਿੱਥੇ ਜਾ ਕੇ ਉਹਨਾਂ ਨੂੰ ਮਿਲਾਂਗੇ, ਕਦੋਂ ਮਿਲਣਗੇ ਜਾਂ ਨਹੀਂ ਮਿਲਣਗੇ? ਅਗਲੀ ਗੱਲ, ਜਿਹੜਾ ਇਹਨਾਂ ਨੇ ਆਖਿਆ ਕਿ ਖਜ਼ਾਨੇ ਦੀ ਕੋਈ ਪ੍ਰੋਬਲਮ ਨਹੀਂ, ਖਜ਼ਾਨਾ ਭਰਿਆ ਹੋਇਆ, ਤਾਂ ਕਿਹੜੇ ਕਾਨੂੰਨ ਦੇ ਤਹਿਤ 15,000 ਦਿੱਤੀ ਜਾ ਰਹੀ ਆ? ਉਹ ਕਾਨੂੰਨ ਸਮਝਾ ਦੇਣ ਕਿ 15,000 ਦਾ ਕਾਨੂੰਨ ਕਿੱਥੇ ਹੈਗਾ ਜਿਹੜੇ ਕਾਨੂੰਨ ਦੇ ਤਹਿਤ ਸਾਨੂੰ ਕੀਤਾ ਜਾ ਰਿਹਾ। ਜੇ ਖਜ਼ਾਨਾ ਭਰਿਆ ਹੋਇਆ ਤਾਂ ਤਨਖਾਹਾਂ ਦੇ ਉੱਤੇ ਕਟੌਤੀ ਕਿਉਂ? ਇਹ ਸਾਡਾ ਸਵਾਲ ਆ। ਜੇ ਸਰਕਾਰ ਇਸ ਸਵਾਲ ਦਾ ਜਵਾਬ ਨਹੀਂ ਦਿੰਦੀ ਤਾਂ ਆਰ-ਪਾਰ ਦਾ ਸੰਘਰਸ਼ ਕੀਤਾ ਜਾਵੇ। ਖਜ਼ਾਨਾ ਨਹੀਂ ਵੀ ਭਰਿਆ ਤਾਂ ਵੀ ਤਨਖਾਹਾਂ ਤੇ ਕਟੌਤੀ ਨਹੀਂ ਲਾਈ ਜਾ ਸਕਦੀ। ਇਹ ਗੱਲ ਕਲੀਅਰ ਹੋਣੀ ਚਾਹੀਦੀ ਹੈ। ਤਨਖਾਹਾਂ ਤੇ ਕਿਸੇ ਦੇ ਵੀ ਕਟੌਤੀ ਨਹੀਂ ਲੱਗੂਗੀ, ਨਾ ਹੀ ਲਾਉਣੀ ਚਾਹੀਦੀ ਹੈ। ਇਹ ਫੈਸਲਾ ਜਿਹੜਾ ਬੜਾ ਕਰੂਅਲ ਫੈਸਲਾ ਹੈ। ਜਿਹੜੇ ਨਾਲ ਬੈਠੇ ਨੇ 33 ਚਲੋ ਆ ਰਹੀ ਤੁਹਾਡੀ ਗੱਲ। ਹਾਂਜੀ ਬਾਜਵਾ ਸਾਹਿਬ, ਜਿਹੜੇ ਨਾਲ ਬੈਠੇ ਨੇ ਇਹਨਾਂ ਨੂੰ ਪੁੱਛੋ ਵੀ 33,000 ਕਰੋੜ ਦੀ ਜਿਹੜੀ ਸੀਸੀਐਲ ਲਿਮਿਟ ਸੀ ਉਹ ਸਰਕਾਰ ਵਾਪਸ ਕਿਉਂ ਕੀਤੀ? ਇਹ ਹੀ ਬੈਠੇ ਨੇ, ਮੇਨ ਕਲਪ੍ਰਿਟਸ ਦੇ ਨਾਲ ਹੀ ਬੈਠੇ ਨੇ। ਚਲੋ ਨਾ ਤਾਂ ਵੀ ਹੁਣ ਆਖਰੀ ਸਟੇਟਮੈਂਟ ਬਾਅਦ ਲੈ ਹੀ ਲੈਣੇ ਆ। ਮੈਂ ਬੇਨਤੀ ਕਰਾਂ ਕਿ 33,000 ਚ ਜਿਹੜਾ ਨਵਾਂ ਪੈਸਾ ਅਸੀਂ ਕੋਈ ਦਿੱਤਾ ਨਹੀਂ, ਨਾ ਇਹਨਾਂ ਨੇ ਦਿੱਤਾ, ਔਰ ਇਹਨਾਂ ਦੀ ਜਿਹੜੀ ਪ੍ਰੋਬਲਮ ਆ ਉਹਦਾ 33,000 ਨਾਲ ਕੋਈ ਸੰਬੰਧ ਨਹੀਂ ਹੈ, ਦੂਰੋਂ ਨੇੜਿਓਂ ਵੀ। ਉਸ ਵੇਲੇ ਤਾਂ 33,000 ਦੀ ਗੱਲ ਵੀ ਨਹੀਂ ਸੀ ਜਦੋਂ ਦੀਆਂ ਗੱਲਾਂ ਚੱਲ ਰਹੀਆਂ ਨੇ। ਔਰ ਦੂਸਰੀ ਗੱਲ, 33,000 ਕਰੋੜ ਦਾ ਬਹੁਤ ਜ਼ਿਆਦਾ ਪੈਸਾ ਹੁੰਦਾ ਵੀ ਸਾਰੇ EMPLOYEES ਦੀਆਂ ਤਨਖਾਹਾਂ ਬੰਦ ਕਰ ਦਿਓ ਨਾ, ਫਿਰ ਇਦਾਂ ਦਾ ਕੰਮ ਪੂਰਾ ਹੋਣਾ ਨਹੀਂ ਹੈ। ਇਹ ਤਾਂ ਬਹੁਤ ਸੋਹਣਾ ਤੁਸੀਂ ਬਹਾਨਾ ਅੱਜ ਦੱਸਤਾ ਸਾਨੂੰ ਵੀ ਸਰਕਾਰ ਨੇ ਕੁਝ ਨਹੀਂ ਕਰਨਾ, ਕਿਉਂਕਿ ਇੱਕ ਪਾਸੇ ਤਾਂ ਨਾਲੇ ਕਹਿੰਦੇ ਤੁਸੀਂ ਬਾਜਵਾ ਸਾਹਿਬ ਕਹਿ ਰਹੇ ਹੋ ਕਿ ਖਜ਼ਾਨੇ ਨੂੰ ਪ੍ਰੋਬਲਮ ਕੋਈ ਨਹੀਂ,
ਤੇ ਦੂਜੇ ਪਾਸੇ ਤੁਸੀਂ ਦੁਹਾਈ ਵੀ ਉਹੀ ਦੇਈ ਚਲੀ ਜਾ ਰਹੇ ਹੋ ਚਲੋ ਕਿ ਚਲੋ ਚਲੋ ਆਹ ਬਹੁਤ ਪੈਸੇ ਬਹੁਤ ਹੈ ਨਹੀਂ, ਉਹ ਧੰਨਵਾਦ, ਬਹੁਤ ਪੈਸੇ ਬਹੁਤ ਹੈ ਮੇਰੇ ਕੋਲ ਨਹੀਂ। ਟਾਈਮ ਘੱਟ ਹੈ। ਬਾਜਵਾ ਸਾਹਿਬ ਬੜੀ ਮਿਹਰਬਾਨੀ ਤੁਹਾਡੀ, ਬਹੁਤ ਬਹੁਤ ਧੰਨਵਾਦ ਬਾਕੀ ਸਾਰੇ ਮਹਿਮਾਨਾਂ ਦਾ ਵੀ ਇਸ ਪੂਰੀ ਵਿਚਾਰ ਚਰਚਾ 'ਚ ਬਣੇ ਰਹਿਣ ਦੇ ਲਈ। ਹੁਣ ਮੁੱਖ ਮੁੱਦਾ ਇਹ ਹੈ ਕਿ ਜੇਕਰ ਖਜ਼ਾਨੇ ਵੀ ਭਰੇ ਹੋਏ ਨੇ, ਪੈਸੇ ਦੀ ਵੀ ਕੋਈ ਪ੍ਰੋਬਲਮ ਨਹੀਂ ਹੈ, ਫਿਰ ਕਿਸ ਨੀਤੀ ਦੇ ਤਹਿਤ 45,000 ਤੋਂ ਸਿੱਧਾ 15,000 ਰੁਪਇਆ ਤਨਖਾਹ ਦੇਣ ਦੀ ਗੱਲ ਕੀਤੀ ਜਾ ਰਹੀ ਹੈ, 30,000 ਰੁਪਏ ਪਰ ਅਧਿਆਪਕ ਤਨਖਾਹ ਕੱਟ ਕਰਨ ਦੀ ਗੱਲ ਕੀਤੀ ਜਾ ਰਹੀ ਹੈ, ਔਰ ਉਦੋਂ ਜਦੋਂ ਇਹਨਾਂ ਨੂੰ 3 ਸਾਲ ਹੋਰ ਕਿਹਾ ਜਾ ਰਿਹਾ ਕਿ ਪ੍ਰੋਬੇਸ਼ਨ ਪੀਰੀਅਡ ਤੇ ਰੱਖਿਆ ਜਾਏਗਾ, ਇਹ ਸਿੱਧਾ ਸਿੱਧਾ ਅਨਿਆਏ ਨਹੀਂ ਤਾਂ ਹੋਰ ਕੀ ਹੈ। ਹੁਣ ਰਣਨੀਤੀ ਇਹਨਾਂ ਦੀ ਦੇਖਣੀ ਪਏਗੀ ਅਗਲੀ ਕੀ ਹੁੰਦੀ ਹੈ। ਦੇਸ਼ ਦੁਨੀਆ ਦੀ ਬਾਕੀ ਖਬਰਾਂ ਲਈ ਬਣੇ ਰਹੋ PTC ਨਿਊਜ਼ ਦੇ ਨਾਲ। ਧੰਨਵਾਦ।